ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਦਿਸ ਵੀਡੀਓ ਇਜ਼ ਪ੍ਰੈਜ਼ੈਂਟਡ ਬਾਈ ਮੀਨਸ ਰਮਨਦੀਪ ਕੌਰ। ਕਰੰਟ ਅਫੇਅਰਸ ਦੀ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋਏ ਅੱਜ ਆਪਾਂ 12 ਅਗਸਤ ਦੇ ਕਰੰਟ ਅਫੇਅਰਸ ਕਰਨੇ ਹੈ। ਹਾਂਜੀ, ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਕੰਪੀਟੀਸ਼ਨ ਐਗਜ਼ਾਮ ਦੀ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਕਰੰਟ ਅਫੇਅਰਸ ਹਰੇਕ ਐਗਜ਼ਾਮ ਲਈ ਇੰਪੋਰਟੈਂਟ ਰਹਿੰਦੇ ਆ, ਤਾਂ ਇਸ ਸੀਰੀਜ਼ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਹੈਗਾ, ਕਿਸੇ ਵੀ ਲੈਕਚਰ ਨੂੰ ਸਕਿਪ ਨਹੀਂ ਕਰਨਾ ਹੈਗਾ। ਇਸ ਤੋਂ ਪਹਿਲਾਂ 11 ਵੀਡੀਓਜ਼ ਅਪਲੋਡ ਪਈਆਂ ਨੇ, ਉਹਨਾਂ ਨੂੰ ਜ਼ਰੂਰ ਇੱਕ ਵਾਰ ਚੈੱਕਆਊਟ ਕਰ ਲਿਓ, ਕਿਉਂਕਿ ਆਪਾਂ ਕਰੰਟ ਅਫੇਅਰਸ ਦੇ ਵਿੱਚ ਪੁਰਾਣੀ ਜਿਹੜੀ ਨਿਊਜ਼ ਹੋ ਚੁੱਕੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਜ਼ਰੂਰ ਰਿਵਾਈਜ਼ ਕਰਦੇ ਹੁੰਦੇ ਆ, ਨਵੀਆਂ ਨਿਊਜ਼ ਵੀ ਕਰਦੇ ਹੁੰਦੇ ਆ, ਅਤੇ ਸਟੈਟਿਕ ਜੀਕੇ ਦਾ ਪੋਰਸ਼ਨ ਵੀ ਇਹ 'ਚ ਕਾਫੀ ਸਾਰਾ ਆਪਣਾ ਕਵਰ ਹੋ ਜਾਂਦਾ। ਇਸ ਲਈ ਪੁਰਾਣੀਆਂ ਵੀਡੀਓਜ਼ ਨੂੰ ਜ਼ਰੂਰ ਚੈੱਕਆਊਟ ਕਰ ਲਿਓ ਇੱਕ ਵਾਰ। ਇਸ ਤੋਂ ਇਲਾਵਾ ਫਨਕਾਰ ਸਰ ਦੀਆਂ ਬਹੁਤ ਸਾਰੀਆਂ ਵੀਡੀਓਜ਼ ਨੇ ਅਨਅਕੈਡਮੀ ਦੇ ਉੱਤੇ ਵੀ ਉਹ ਪੜ੍ਹਾਉਂਦੇ ਨੇ, ਠੀਕ ਹੈ। ਉਹ ਵੀ ਤੁਸੀਂ ਜ਼ਰੂਰ ਦੇਖਣਾ, ਲਾਈਵ ਉਹਨਾਂ ਦੇ ਲੈਕਚਰਸ ਉੱਥੇ ਹੁੰਦੇ ਨੇ। ਡਿਸਕ੍ਰਿਪਸ਼ਨ ਬਾਕਸ ਇੱਕ ਵਾਰ ਜ਼ਰੂਰ ਵਿਜ਼ਿਟ ਕਰ ਲੈਣਾ, ਠੀਕ ਹੈ। ਉੱਥੇ ਤੁਹਾਨੂੰ ਬਹੁਤ ਸਾਰੀ ਇਨਫੋਰਮੇਸ਼ਨ ਮਿਲ ਜੂਗੀ। ਟੈਲੀਗ੍ਰਾਮ ਵੀ ਗਰੁੱਪ ਹੈਗਾ, ਉਹਦਾ ਲਿੰਕ ਵੀ ਤੁਹਾਨੂੰ ਉੱਥੇ ਮਿਲ ਜੂਗਾ, ਠੀਕ ਹੈ। ਇੱਕ ਵਾਰ ਚੈੱਕਆਊਟ ਜ਼ਰੂਰ ਕਰ ਲਿਓ। ਹਾਂਜੀ, ਪਹਿਲੀ ਨਿਊਜ਼ ਤੋਂ ਆਪਾਂ ਸਟਾਰਟ ਕਰਦੇ ਹਾਂ। ਫਸਟ ਨਿਊਜ਼ ਹੈਗੀ ਆਪਣੀ ਕਰੋਨਾ ਵੈਕਸੀਨ ਤੋਂ। ਬਹੁਤ ਇੰਪੋਰਟੈਂਟ ਇਹ ਨਿਊਜ਼ ਹੈ। ਕਰੋਨਾ ਵੈਕਸੀਨ ਤੋਂ ਪਹਿਲੀ ਕੰਟਰੀ ਕਹਿੰਦੇ ਜਿਹਨੇ ਰਜਿਸਟਰ ਕਰਾਇਆ ਕਰੋਨਾ ਵੈਕਸੀਨ ਨੂੰ, ਉਹ ਕਿਹੜੀ ਕੰਟਰੀ ਹੈ? ਰਸ਼ੀਆ। ਅਤੇ ਉਸ ਜਿਹੜੀ ਵੈਕਸੀਨ ਹੈ, ਦਵਾਈ ਹੈ, ਉਹਦਾ ਨਾਮ ਕੀ ਹੈ? ਸਪੁਤਨਿਕ 5, ਠੀਕ ਹੈ। ਇਹਦੇ ਤੌਰ 'ਤੇ ਇਹਨੂੰ ਕੀ ਹੈ? ਰਜਿਸਟਰ ਕਰਾਇਆ। ਅਤੇ ਇਹ ਵੀ ਸੁਣਨ 'ਚ ਆਇਆ ਹੈਗਾ ਕਿ ਵਲਾਦੀਮੀਰ ਪੁਤਿਨ ਹੈ ਜਿਹੜੇ, ਉਹਨਾਂ ਦੀ ਜੋ ਬੇਟੀ ਹੈ, ਉਹਨਾਂ ਦੇ ਉੱਤੇ ਇਹ ਜਿਹੜੀ ਵੈਕਸੀਨ ਹੈਗੀ ਉਹਨਾਂ ਨੂੰ ਵੀ ਲਗਾਈ ਜਾਊਗੀ, ਠੀਕ ਹੈ। ਇਹ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈਗਾ। ਜਿਹੜੀ ਰਸ਼ੀਆ ਦੀ ਹੈਲਥ ਮਿਨਿਸਟਰੀ ਹੈ ਨਾ, ਉਹਨੇ ਇਹਨੂੰ ਦੁਨੀਆ ਦੀ ਪਹਿਲੀ ਕਰੋਨਾ ਵੈਕਸੀਨ ਦੇ ਰੂਪ 'ਚ ਲਾਂਚ ਕਰਨ ਦਾ ਪਰਮਿਸ਼ਨ ਦੇ ਦਿੱਤੀ। ਮੈਂ ਕੀ ਕਿਹਾ, ਧਿਆਨ ਨਾਲ ਸੁਣੋ। ਰਸ਼ੀਆ ਦੀ ਜਿਹੜੀ ਹੈਲਥ ਮਿਨਿਸਟਰੀ ਹੈ, ਉਹਨੇ ਇਸ ਵੈਕਸੀਨ ਨੂੰ ਦੁਨੀਆ ਦੀ ਪਹਿਲੀ ਕਰੋਨਾ ਵੈਕਸੀਨ ਦੇ ਰੂਪ ਦੇ ਵਿੱਚ ਲਾਂਚ ਕਰਨ ਦੀ ਜਿਹੜੀ ਪਰਮਿਸ਼ਨ ਹੈ ਉਹ ਦੇ ਦਿੱਤੀ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਨਿਊਜ਼ ਹੈ ਇਹ ਰਸ਼ੀਆ ਤੋਂ। ਹਾਂਜੀ, ਇਸ ਤੋਂ ਇਲਾਵਾ ਪ੍ਰੀਵੀਅਸ ਡੇਜ਼ ਦੇ ਵਿੱਚ ਜੋ ਵੀ ਰਸ਼ੀਆ ਤੋਂ ਨਿਊਜ਼ ਆਈ ਸੀਗੀ ਉਹ ਵੀ ਆਪਾਂ ਕਵਰ ਕਰਨੀ ਹੈ। ਹਾਂਜੀ, ਹੋਪਸੋ ਤੁਹਾਨੂੰ ਯਾਦ ਹੀ ਹੋਊਗੀ। ਰਸ਼ੀਆ ਤੋਂ ਆਪਾਂ ਪ੍ਰੀਵੀਅਸ ਡੇਜ਼ ਦੇ ਵਿੱਚ ਕੀ ਕੀਤਾ ਸੀਗਾ ਕਿ ਇੱਕ ਐਕਸਰਸਾਈਜ਼ ਕੀਤੀ ਸੀ ਆਪਾਂ ਨੇ, ਹੈ ਨਾ। ਐਕਸਰਸਾਈਜ਼ ਦਾ ਨੇਮ ਕੀਤਾ ਸੀਗਾ। ਐਕਸਰਸਾਈਜ਼ ਦਾ ਨੇਮ ਕੀ ਸੀਗਾ? ਮਲਟੀਲੇਟਰਲ ਐਕਸਰਸਾਈਜ਼ ਸੀਗੀ। ਨਾਮ ਸੀ ਜੀ ਉਹਦਾ ਕਾਵਕਾਜ਼ 2020। ਯਾਦ ਆ ਗਿਆ। ਇਹਨੂੰ ਕਾਊਕਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਇੱਕ ਹੋਰ ਵੀ ਨਾਮ ਹੈਗਾ ਇਹਦਾ, ਕਾਊਕਾਸਸ 2020। ਦੋਨਾਂ 'ਚੋਂ ਕੋਈ ਵੀ ਨਾਮ ਇਹਨਾਂ ਦਾ ਹੋ ਸਕਦਾ, ਠੀਕ ਹੈ। ਇੰਡੀਆ ਪਾਰਟੀਸੀਪੇਟ ਕਰੂਗਾ ਇਸ ਐਕਸਰਸਾਈਜ਼ ਦੇ ਵਿੱਚ, ਇਹ ਨਿਊਜ਼ ਸੀਗੀ, ਠੀਕ ਹੈ। ਇਹਦਾ ਅਦਰ ਨੇਮ ਵੀ ਤੁਸੀਂ ਜਿਹੜੀ ਐਕਸਰਸਾਈਜ਼ ਹੈ ਇਹ ਯਾਦ ਰੱਖਣਾ। 18 ਦੇ ਲਗਭਗ ਇਹਦੇ 'ਚ ਦੇਸ਼ ਹੈ ਜਿਹੜੇ ਉਹ ਪਾਰਟੀਸੀਪੇਟ ਕਰਨਗੇ ਇਸ ਐਕਸਰਸਾਈਜ਼ ਦੇ ਵਿੱਚ। ਚਾਈਨਾ, ਈਰਾਨ, ਪਾਕਿਸਤਾਨ ਐਕਸੈਕਟਰਾ, ਇੱਦਾਂ ਦੇ ਕੰਟਰੀਜ਼, ਠੀਕ ਹੈ। ਇਹ ਤੋਂ ਤੁਸੀਂ ਹੋਰ ਕੀ ਯਾਦ ਰੱਖਣਾ ਹੈਗਾ? ਇਹ ਤੋਂ ਤੁਸੀਂ ਯਾਦ ਰੱਖਣਾ ਕਿ ਜਿਹੜੀ ਰਸ਼ੀਆ ਦੀ ਕੈਪੀਟਲ ਹੈ ਉਹ ਕਿਹੜੀ ਹੈ ਜੀ? ਮਾਸਕੋ। ਇਹ ਵੀ ਯਾਦ ਰੱਖਣਾ। ਕਰੰਸੀ ਹੈਗੀ ਇਹਦੀ ਰੂਬਲ, ਯਾਦ ਰੱਖਣਾ। ਇਸ ਤੋਂ ਵੀ ਇੰਪੋਰਟੈਂਟ ਕੀ ਹੈ? ਇਹਦੀ ਪਾਰਲੀਮੈਂਟ, ਮਤਲਬ ਕਿ ਰਸ਼ੀਆ ਦੀ ਜਿਹੜੀ ਸੰਸਦ ਹੈ ਉਹਦਾ ਨੇਮ ਬਹੁਤ ਵਾਰ ਪੇਪਰ ਦੇ ਵਿੱਚ ਆਇਆ, ਤੁਹਾਡਾ ਸਟੈਟਿਕ ਜੀਕੇ ਦਾ ਵੀ ਇਹ ਪਾਰਟ ਬਣਦਾ। ਡਿਊਮਾ ਉਹਦਾ ਨਾਮ ਹੈ, ਡਿਊਮਾ। ਯਾਦ ਰੱਖਣਾ ਤਿੰਨੇ ਇਹ ਪੁਆਇੰਟਸ ਰਸ਼ੀਆ ਤੋਂ, ਠੀਕ ਹੈ। ਜਦੋਂ ਵੀ ਰਸ਼ੀਆ ਆਊਗਾ ਇਹ ਤਿੰਨੇ ਪੁਆਇੰਟਸ ਤੁਸੀਂ ਯਾਦ ਕਰਨੇ ਹੀ ਕਰਨੇ ਆ। ਅਗਲੀ ਨਿਊਜ਼ ਦੇ ਉੱਤੇ ਮੂਵ ਔਨ ਕਰਦੇ ਹਾਂ ਜੀ। ਅਗਲੀ ਨਿਊਜ਼ ਹੈਗੀ ਹੈ ਸਕੀਮਸ ਤੋਂ। ਹਾਂਜੀ, ਸਭ ਤੋਂ ਪਹਿਲਾਂ ਹੈਗੀ ਛੱਤੀਸਗੜ੍ਹ ਦੀ। ਛੱਤੀਸਗੜ੍ਹ ਦੀ ਕਿਹੜੀ ਸਕੀਮ ਹੈ? ਇੰਦਰਾ ਵਨ ਮਿਤਨ ਸਕੀਮ। ਇਹ ਤੁਸੀਂ ਯਾਦ ਰੱਖਣਾ ਡਾਇਰੈਕਟ ਹੀ। ਦੇਖੋ ਇਹ ਕਿਹਦੇ ਲਈ ਹੈ? ਵਣਵਾਸੀ ਹੁੰਦੇ ਨੇ ਨਾ ਜਿਹੜੇ ਲੋਕ ਫੋਰੈਸਟ ਦੇ ਵਿੱਚ ਰਹਿੰਦੇ ਨੇ, ਵਣਵਾਸੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਹੈ ਨਾ। ਉਹਨਾਂ ਨੂੰ ਸੈਲਫ ਡਿਪੈਂਡੈਂਟ ਕਿ ਉਹ ਕਿਸੇ ਦੇ ਉੱਤੇ ਵੀ ਨਿਰਭਰ ਨਾ ਰਹਿਣ, ਸੈਲਫ ਡਿਪੈਂਡੈਂਟ ਉਹਨਾਂ ਨੂੰ ਬਣਾਉਣਾ, ਅਤੇ ਸੈਲਫ ਇੰਪਲੋਇਡ ਕਿ ਆਪਣਾ ਰੁਜ਼ਗਾਰ ਉਹ ਖੁਦ ਕ੍ਰੀਏਟ ਕਰ ਸਕਣ, ਕਿਸੇ ਦੇ ਉੱਤੇ ਵੀ ਡਿਪੈਂਡ ਨਾ ਰਹਿਣ। ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਇਹ ਜਿਹੜੀ ਯੋਜਨਾ ਇਹ ਲੈ ਕੇ ਆਉਂਦੀ ਹੈ ਛੱਤੀਸਗੜ੍ਹ ਨੇ। ਇਹ ਵੀ ਤੁਸੀਂ ਯਾਦ ਰੱਖਣਾ। ਇਸ ਤੋਂ ਇਲਾਵਾ ਦੇਖੋ ਛੱਤੀਸਗੜ੍ਹ ਤੋਂ ਤੁਸੀਂ ਕੀ ਯਾਦ ਰੱਖ ਸਕਦੇ ਹੋ? 2 ਨੈਸ਼ਨਲ ਪਾਰਕਸ ਦੇ ਨੇਮ ਯਾਦ ਰੱਖਣੇ ਨੇ। ਜਦੋਂ ਵੀ ਛੱਤੀਸਗੜ੍ਹ ਆਊਗਾ ਉਹ 2 ਨੈਸ਼ਨਲ ਪਾਰਕ ਤੁਸੀਂ ਰਿਵਾਈਜ਼ ਕਰਨੇ ਹੀ ਕਰਨੇ ਹੈ, ਠੀਕ ਹੈ। ਇੰਦਰਾਵਤੀ ਨੈਸ਼ਨਲ ਪਾਰਕ ਅਤੇ ਦੂਜੇ ਨੰਬਰ 'ਤੇ ਹੈ ਜੀ ਕਾਂਗੜਾ ਵੈਲੀ ਨੈਸ਼ਨਲ ਪਾਰਕ। ਇਹ ਦੋਨੋਂ ਨੈਸ਼ਨਲ ਪਾਰਕ ਨੇ ਜਿਹੜੇ, ਇਹਨਾਂ ਦੇ ਨੇਮ ਤੁਹਾਨੂੰ ਯਾਦ ਹੋਣੇ ਹੀ ਹੋਣੇ ਚਾਹੀਦੇ ਨੇ, ਠੀਕ ਹੈ। ਇਸ ਤੋਂ ਇਲਾਵਾ ਜੇ ਛੱਤੀਸਗੜ੍ਹ ਦੀ ਮੈਂ ਗੱਲ ਕਰਾਂ ਚੀਫ ਜਸਟਿਸ ਦੀ, ਤਾਂ ਉਹ ਚੀਫ ਜਸਟਿਸ ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ, ਹਾਈ ਕੋਰਟ ਦੇ ਚੀਫ ਜਸਟਿਸ ਦਾ PR ਰਾਮਚੰਦਰਨ ਮੈਨਨ, ਠੀਕ ਹੈ। ਇਹ ਨਾਮ ਯਾਦ ਕਰ ਲਿਓ। ਦੇਖੋ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਤੁਹਾਨੂੰ ਦੱਸਦੀ ਹਾਂ ਛੱਤੀਸਗੜ੍ਹ ਤੋਂ, ਠੀਕ ਹੈ। ਇਹ ਮਹੀਨਾ ਕੁ ਪਿਛਲੀ ਪੁਰਾਣੀ ਨਿਊਜ਼ ਹੈਗੀ, ਬਟ ਇਹ ਪਰ ਇੰਪੋਰਟੈਂਟ ਬਹੁਤ ਹੈ, ਇਸ ਲਈ ਦੱਸ ਰਹੀ ਹਾਂ ਕਿ ਇੰਡੀਆ ਦੀ ਜਿਹੜੀ ਪਹਿਲੀ ਈ ਲੋਕ ਅਦਾਲਤ, ਇੰਡੀਆ ਦੀ ਪਹਿਲੀ ਈ ਲੋਕ ਅਦਾਲਤ ਹੈ ਜਿਹੜੀ, ਉਹ ਕਿਹਨੇ ਔਰਗੇਨਾਈਜ਼ ਕੀਤੀ ਹੈ? ਛੱਤੀਸਗੜ੍ਹ ਨੇ ਹੀ ਕੀਤੀ ਹੈ।
इंडिया की फस्ट है ई लोक अदालत है। ई का मतलब होंगे इलैक्ट्रॉनिक वे नाल, कुल मिला के जिथे भी ई आ जाऊगा इलैक्ट्रॉनिक मतलब ऑनलाइन ही होगा, वीडियो कॉन्फ्रेंसिंग के जरिए ला लो, ठीक है। तो ये अदालत किने ऑर्गेनाइज की है? छत्तीसगढ़ ने। ये सारी इन्फॉर्मेशन है जी तुसीं इहदे तो याद रखनी है। हाँ जी, उस तो इलावा अपनी जी नैक्सट न्यूज़ है ये मूव ऑन करते हैं आप गुजरात के उत्ते। हाँ जी, गुजरात तो की न्यूज़ है, किसान सीएम किसान सहाय योजना। सीएम किसान सहाय योजना जी कि गुजरात की है जी। ये कादे लई है? देखो आपां नूं पता है जदों भी ना बारिश आ जाती है उहदे नाल की हुंदा हैगा, जिहड़ी फसलां हुंदियां किसानां दीयां ओह खराब हो जांदियां है ना, ते ओह फसलां खराब हो जांदियां ने, मतलब उन्हां नूं उहदा मुੱਲ नहीं मिल पांदा है ना, नुकसान हो जांदा किसानां दा। अच्छा जे इहदे लई एक स्कीम आई सी पहलां, PM फसल बीमा योजना, मतलब अपना प्रधानमंत्री फसल बीमा योजना आई सी। ਇਹਦੇ तहत उन्होंने प्रीमियम पे करना पैंदा सीगा ते बदले च जे उन्हां दी फसल वगैरह खराब हो जाती सी है ना, तो उन्होंने बदले दे विच की सी मुआवजा वगैरह मिल जाता सीगा, ठीक है। बट इत्थे प्रॉब्लम कित्थे आंदी सीगी कि पहलां उन्होंने प्रीमियम पे करना पैंदा सीगा उहदे बदले दे विच, है ना। हुण इत्थे की हैगा इस जिहड़ी CM अपना ਆਪਾਂ योजना कर रहे हैं CM किसान सहाय योजना, चीफ मिनिस्टर इत्थे मुख्यमंत्री कर सकते हो तुसीं पंजाबी दे विच, ठीक है। ਇਹਦਾ ਕੀ मतलब हैगा, ਉਹਨਾਂ ਨੂੰ प्रीमियम नहीं देना पैना हैगा। प्रीमियम ਜਿਹੜਾ ਉਹ ਪਹਿਲਾਂ पे ਕਰਦੇ ਸੀ ਕਿਸਾਨ, ਇੱਥੇ ਉਹ ਨਹੀਂ ਦੇਣਾ ਪੈਣਾ ਹੈਗਾ, ਹੈ ਨਾ। ਬਟ ਐਂਡ ਦੇ ਉੱਤੇ ਜੇ ਉਹਨਾਂ ਦੀ ਫਸਲ ਹੈ ਜਿਹੜੀ ਉਹ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਮੁਆਵਜ਼ਾ ਮਿਲ ਜੂਗਾ ਵਿਦਆਊਟ ਪੇ ਆਫ ਪ੍ਰੀਮੀਅਮ। ਪ੍ਰੀਮੀਅਮ ਪੇ ਕੀਤੇ ਬਿਨਾਂ ਉਹਨਾਂ ਨੂੰ ਮੁਆਵਜ਼ਾ ਜਿਹੜਾ ਮਿਲ ਜੂਗਾ। ਇਹੀ ਬੈਨੀਫਿਟ ਹੈਗਾ ਇਸ ਯੋਜਨਾ ਦਾ, ਠੀਕ ਹੈ। ਜਿਹੜੀ PM ਫਸਲ ਬੀਮਾ ਯੋਜਨਾ ਸੀ ਨਾ ਉਹਦੇ ਵਿੱਚ ਪ੍ਰੀਮੀਅਮ ਉਹਨਾਂ ਨੂੰ ਪੇ ਕਰਨਾ ਪੈਂਦਾ ਸੀਗਾ। ਤਾਂ ਆਈ ਹੋਪ ਤੁਸੀਂ ਦੋਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੈਗਾ ਉਹ ਕਲੀਅਰ ਕੱਟ ਸਮਝ ਗਏ ਹੋਣਗੇ। ਹਾਂਜੀ, ਇਸ ਤੋਂ ਇਲਾਵਾ ਤੁਸੀਂ ਕੀ ਯਾਦ ਰੱਖਣਾ, ਦੇਖੋ CM ਦਾ ਨਾਮ ਹੈ, ਗੁਜਰਾਤ ਦੇ CM ਕਿਹੜੇ ਨੇ ਜੀ? विजय रूपानी, नाम तो सुना ही होगा, याद रखना है। गवर्नर का नाम याद रखियो, आचार्य देवव्रत, आचार्य देवव्रत याद रखना है नाम ये भी, ठीक है। इस तो इलावा किहड़े किहड़े नैशनल पार्क ने ये भी याद रखियो। देखो गिर नैशनल पार्क मैं तुहानूं पहलां भी करवाया है, जी तो गुजरात, जी तो गिर नैशनल पार्क कित्थे हैगा? कित्थे है जी? गुजरात दे विच, ठीक है। अच्छा, गुजरात के जिहड़े हाई कोर्ट के चीफ जस्टिस ने उन्हां दा नाम भी है जिहड़ा तुहानूं वो भी पता होना चाहिए। उन्हां दा नाम हैगा जी विक्रम नाथ, विक्रम नाथ, आ नाम याद रखियो। अच्छा, इस तो इलावा एक होर क्वेश्चन दस दी जे तुहानूं पुछ लैण कि सब तो वध जिहड़ी कोस्टल लाइन हैगी ओह किहड़ी कंट्री दी है, ठीक है। सब तो वड्डी जिवें देखो अपने इंडिया का मैप कुछ सॉरी ਐਵੇਂ ਦਾ ਕੁਛ ਹੈ ਨਾ, ਇੱਥੇ ਜੇ ਗੁਜਰਾਤ ਪੈਂਦਾ ਆਪਾਂ ਨੂੰ ਪਤਾ, ਅਤੇ ਆਹ ਵਾਲਾ ਜਿਹੜਾ ਏਰੀਆ ਸਾਰਾ ਕੋਸਟਲ ਏਰੀਆ ਹੈ। ਮਤਲਬ ਕਿ ਜਿਹੜਾ ਗੁਜਰਾਤ ਹੈ ਨਾ ਇਹ ਸਭ ਤੋਂ ਵੱਧ ਹੈ ਜਿਹੜੀ ਇਹਦੀ ਕੋਸਟਲ ਲਾਈਨ ਹੈਗੀ, ਸਭ ਤੋਂ ਜ਼ਿਆਦਾ ਜਿਹੜੀ ਤਟੀਆ ਰੇਖਾ ਜਿਹੜੀ ਉਹ ਗੁਜਰਾਤ ਦੀ ਹੀ ਹੈ। ਇਹ ਤੁਸੀਂ ਯਾਦ ਰੱਖਣਾ। ਇਸ ਤੋਂ ਇਲਾਵਾ ਪ੍ਰੀਵੀਅਸ ਡੇਜ਼ ਦੇ ਵਿੱਚ ਜਿਹੜੀ ਗੁਜਰਾਤ ਤੋਂ ਨਿਊਜ਼ ਆਈ ਸੀ, ਦੇਖੋ ਆਪਾਂ ਉਹ ਵੀ ਯਾਦ ਕਰਨੀ ਹੈ। ਉਹ ਨਿਊਜ਼ ਕੀ ਸੀਗੀ ਜੀ? ਉਹ ਨਿਊਜ਼ ਸੀਗੀ ਨਿਊ ਡਾਇਰੈਕਟਰ ਜਨਰਲ ਆਫ ਪੁਲਿਸ ਅਪੁਆਇੰਟ ਹੋਏ ਸੀਗੇ ਗੁਜਰਾਤ ਦੇ। ਨਿਊ डायरैक्टर जनरल ऑफ पुलिस अपॉइंट हुए सी गुजरात के, आशीष भाटिया उन्होंने नाम है, ठीक है। आई होप मैनूं लगदा तुहानूं पहले लैक्चर दे विच ही करवाया सी, मैं याद रखना, ठीक है। ये प्रीवियस न्यूज़ होगी, तुहाडा स्टैटिक का भी पार्ट कवर हो गया नाल ते तुहाडी प्रीवियस न्यूज़ की रिवीजन भी हो जूगी। हाँ जी, आंध्रा प्रदेश, आंध्रा प्रदेश तो किहड़ी न्यूज़ हैगी? YSR शायूता जो भी है देखिए तुसी पढ़ लियो, ठीक है। मैं तुहानूं स्पैलिंग इत्थे लिखते हैं। ये जिहड़ी स्कीम हैगी आंध्रा प्रदेश की है, 12 अगस्त 2020 नूं जिहड़ी ये स्कीम है लॉन्च की गई है। ये किस चीज़ लई है? ये जिहड़ी स्कीम है जिहड़ी अपने रूरल इकोनॉमी है, अपनी रूरल इकोनॉमी है कोविड करके इफैक्ट हुई हुई है। रूरल इकोनॉमी है जिहड़ी वो अपनी कोविड-19 करके इफैक्ट हुई हुई है, करोना वायरस करके। इनू ठीक करन दे लई जिहड़ी ये योजना है ये लियांदी गई है। अच्छा, तुहानूं थोड़ी छोटी ट्रिक दसदी हाँ। YSR अगे लग के कोई भी स्कीम आ जाए अखां बंद करके उसदा आंसर आंध्रा प्रदेश ला दिओ, ठीक है। YSR मूहरे लग्या होवे ते पिछे किसी भी योजना का नाम लिखा हो, वटएवर है ना, पिछे जो भी लिखा हो तो तुहानूं पुछा हो कि किस स्टेट की यह योजना है, अखां बंद करके उसदा आंसर आंध्रा प्रदेश लगा दिओ। हाँ जी, इस तो इलावा आप थोड़ा जिहा प्रीवियस न्यूज़ रिवाइज कर लैंदे जिहड़ी आंध्रा प्रदेश तो आई हुई है। वो न्यूज़ किहड़ी है? हाँ जी, वो न्यूज़ है कि ई रक्षा बंधन, ई रक्षा बंधन, ई रक्षा बंधन है जिहड़ा ई रक्षा बंधन
ਸਾਈਬਰ ਕ੍ਰਾਈਮ ਅਵੇਅਰਨੈਸ ਪ੍ਰੋਗਰਾਮ ਹੈ ਇਹ, ਠੀਕ ਹੈ। ਇਹ ਆਂਧਰਾ ਪ੍ਰਦੇਸ਼ ਨੇ ਹੀ ਲਾਂਚ ਕੀਤਾ ਸੀ। ਵਿਮਨ ਦੀ ਜਿਹੜੀ ਸੇਫਟੀ ਹੈ ਉਹਨੂੰ ਪ੍ਰਮੋਟ ਕਰਨ ਦੇ ਲਈ, ਵਧਾਉਣ ਦੇ ਲਈ, ਠੀਕ ਹੈ। 1 ਲੱਖ ਲੋਕਾਂ ਨੂੰ ਇਹਦੇ ਤਹਿਤ ਟ੍ਰੇਨਿੰਗ ਦਿੱਤੀ ਜਾਣੀ ਸੀ। 1 ਮੰਥ ਲੰਬਾ ਇਹ ਪ੍ਰੋਗਰਾਮ ਸੀਗਾ, ਕਰਵਾਇਆ ਹੋਇਆ ਤੁਹਾਨੂੰ ਸਾਰਾ ਕੁਝ, ਠੀਕ ਹੈ। ਅਤੇ ਇਹ ਤੋਂ ਇਲਾਵਾ ਤੁਸੀਂ ਕੀ ਯਾਦ ਰੱਖਣਾ, ਸਲੋਗਨ ਵੀ ਦਿੱਤਾ ਗਿਆ ਸੀਗਾ ਇਹਦੇ ਵਿੱਚ। ਸਲੋਗਨ ਸੀਗਾ, ਪੁਲਿਸ ਨੇ ਦਿੱਤਾ ਸੀ, CID ਨੇ ਬੇਸਿਕਲੀ, ਲੈਟ ਅਸ ਮੇਕ ਅਗਸਤ ਦਾ ਮੰਥ ਆਫ ਈ ਫਰੀडम ਐਂਡ ਈ ਸੇਫਟੀ। ਇਹ ਸੀਗਾ ਸਲੋਗਨ, ਇਹ ਵੀ ਯਾਦ ਰੱਖਣਾ, ਠੀਕ ਹੈ। ਆਂਧਰਾ ਪ੍ਰਦੇਸ਼ ਤੋਂ ਆਪਾਂ ਹੋਰ ਸਟੈਟਿਕ ਰਿਵਾਈਜ਼ ਕੀ ਕਰ ਸਕਦੇ ਹਾਂ, ਦੇਖੋ ਟੋਟਲ ਨੰਬਰ ਆਫ, ਤੁਹਾਨੂੰ ਹਾਈ ਕੋਰਟਸ ਪੁੱਛ ਲੈਣ ਕਿ ਅੱਜ ਦੇ ਟਾਈਮ ਦੇ ਵਿੱਚ ਟੋਟਲ ਨੰਬਰ ਆਫ ਹਾਈ ਕੋਰਟਸ ਕਿੰਨੀਆਂ ਨੇ, ਉਹਦਾ ਆਨਸਰ ਹੋਊਗਾ 25। 25ਵੀਂ ਕਿਹੜੀ ਹੈ, ਆਂਧਰਾ ਪ੍ਰਦੇਸ਼ ਦੀ ਅਮਰਾਵਤੀ 'ਚ, ਠੀਕ ਹੈ। ਆਂਧਰਾ ਪ੍ਰਦੇਸ਼ ਦੀ ਹੀ ਹੈ 25ਵੀਂ ਅਮਰਾਵਤੀ 'ਚ, ਠੀਕ ਹੈ। ਅਤੇ ਜੇ ਚੀਫ ਜਸਟਿਸ ਪੁੱਛ ਲੈਣ, ਉਹਦੇ ਚੀਫ ਜਸਟਿਸ ਕੌਣ ਨੇ, JK ਮਹੇਸ਼ਵਰੀ, JK ਮਹੇਸ਼ਵਰੀ, ਨਾਮ ਯਾਦ ਰੱਖਣਾ ਹੈ, ਠੀਕ ਹੈ। ਇਸ ਤੋਂ ਇਲਾਵਾ ਜੀ ਆਂਧਰਾ ਪ੍ਰਦੇਸ਼ ਹੈ ਜਿਹੜੀਆਂ ਇਹਦੀ 3 ਕੈਪੀਟਲਸ ਹੈਗੀਆਂ, ਹੈ ਨਾ, ਮਤਲਬ ਫਿਊਚਰ ਦੇ ਵਿੱਚ ਹੋਣਗੀਆਂ ਇਸ ਚੀਜ਼ ਦਾ, ਹੈ ਨਾ, ਚੱਲ ਰਿਹਾ ਹੈਗਾ ਕਿ ਫਿਊਚਰ ਦੇ ਵਿੱਚ ਆਂਧਰਾ ਪ੍ਰਦੇਸ਼ ਦੀਆਂ 3 ਕੈਪੀਟਲਸ ਹੋਣਗੀਆਂ, ਠੀਕ ਹੈ। ਉਹਦਾ ਨਾਮ ਕਿਹੜੀ ਕੈਪੀਟਲਸ ਹੋਣਗੀਆਂ, ਵਿਸ਼ਾਖਾਪਟਨਮ, ਅਮਰਾਵਤੀ ਅਤੇ ਕੁਰਨੂਲ। ਵਿਸ਼ਾਖਾਪਟਨਮ, ਅਮਰਾਵਤੀ ਅਤੇ ਕੁਰਨੂਲ, ਇਹਨਾਂ ਕੀ ਇਨਫੋਰਮੇਸ਼ਨ ਜਿਹੜੀ ਆਂਧਰਾ ਪ੍ਰਦੇਸ਼ ਤੋਂ ਤੁਸੀਂ ਯਾਦ ਰੱਖਣੀ ਹੈ। ਇਸ ਤੋਂ ਇਲਾਵਾ ਦੇਖੋ ਕੀ ਯਾਦ ਰੱਖਣਾ ਤੁਸੀਂ, ਟੋਟਲ ਨੰਬਰ ਆਫ ਰੇਲਵੇ ਜ਼ੋਨ ਪੁੱਛ ਲੈਣ ਤੁਹਾਨੂੰ, ਰੇਲਵੇ ਜ਼ੋਨ, ਟੋਟਲ ਨੰਬਰ ਆਫ ਰੇਲਵੇ ਜ਼ੋਨ ਪੁੱਛਣ ਤਾਂ ਉਹਦਾ ਆਨਸਰ ਹੈਗਾ 18ਵਾਂ। ਅੱਛਾ, ਜਿਹੜਾ 18ਵਾਂ ਰੇਲਵੇ ਜ਼ੋਨ ਹੈ, 80th ਹੈ, ਉਹ ਕਿਹੜਾ ਹੈ, ਸਾਊਥ, ਐਸ ਤੇ ਸਾਊਥ ਕੋਸਟਲ ਰੇਲਵੇ ਜ਼ੋਨ, ਸਾਊਥ ਕੋਸਟਲ ਰੇਲਵੇ ਜ਼ੋਨ ਹੈ। ਅੱਛਾ, ਜਿਹੜਾ ਇਹ 18ਵਾਂ ਸਾਊਥ ਕੋਸਟਲ ਰੇਲਵੇ ਜ਼ੋਨ ਹੈ, ਇਹਦਾ ਜੇ ਤੁਹਾਨੂੰ ਹੈੱਡਕੁਆਟਰ ਪੁੱਛ ਲੈਣ ਤਾਂ ਹੈੱਡਕੁਆਟਰ ਹੈਗਾ ਵਿਸ਼ਾਖਾਪਟਨਮ। ਦੇਖੋ ਇਹ ਸਾਰੀ ਇਨਫੋਰਮੇਸ਼ਨ ਮੈਂ ਤੁਹਾਨੂੰ ਪਹਿਲਾਂ ਕਰਾਈ ਹੋਈ ਹੈ, ਜਸਟ ਰਿਵਾਈਜ਼ ਇਸ ਲਈ ਕਰਵਾ ਰਹੀ ਹਾਂ ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਯਾਦ ਰੱਖਣ ਦੇ ਵਿੱਚ। ਤੇਲੰਗਾਨਾ, ਇੱਕ ਪੁਆਇੰਟ ਯਾਦ ਰੱਖਿਓ ਕਿ 2 ਜੂਨ 2014 ਨੂੰ ਜਿਹੜਾ ਤੇਲੰਗਾਨਾ ਹੈ ਆਂਧਰਾ ਪ੍ਰਦੇਸ਼ ਤੋਂ ਅਲੱਗ ਹੋਇਆ ਸੀ। ਇਹ ਬਹੁਤ ਹੀ ਬੇਸਿਕ ਜਿਹੇ ਪੁਆਇੰਟ ਨੇ ਜਿਹੜੇ ਕਿ ਤੁਹਾਨੂੰ ਪਤਾ ਹੋਣੇ ਚਾਹੀਦੇ ਆਂਧਰਾ ਪ੍ਰਦੇਸ਼ ਤੋਂ। ਹਾਂਜੀ, ਨੈਕਸਟ ਗੱਲ ਕਰਦੇ ਹਾਂ ਆਪਾਂ ਸਪੋਰਟਸ ਦੀ। ਮੈਕਸ ਵਰਸਟੈਪਨ ਨੇ ਜਿੱਤਿਆ ਹੈ, ਕੀ ਜਿੱਤਿਆ ਇਹਨਾਂ ਨੇ, 70th ਐਨੀਵਰਸਰੀ ਗ੍ਰੈਂਡ ਪ੍ਰਿਕਸ ਫਾਰਮੂਲਾ 1 ਰੇਸ, ਠੀਕ ਹੈ, F1 ਰੇਸ ਇਹਨਾਂ ਨੇ ਇਹ ਵਿਨ ਕੀਤੀ ਹੈ। ਇਹ ਤੁਸੀਂ ਯਾਦ ਰੱਖਣੀ ਹੈ, ਬਹੁਤ ਇੰਪੋਰਟੈਂਟ ਹੈ। ਦੇਖੋ ਇਹ ਰੈੱਡ ਬੁੱਲ ਦੇ ਜਿਹੜੇ ਖਿਡਾਰੀ ਨੇ, ਮੈਕਸ ਵਰਸਟੈਪਨ ਨੇ ਜਿਹੜੇ, ਇਹ ਕਿਹਦੇ ਖਿਡਾਰੀ ਨੇ, ਰੈੱਡ ਬੁੱਲ ਦੇ ਇਹ ਖਿਡਾਰੀ ਨੇ, ਇਹ ਵੀ ਯਾਦ ਰੱਖਣਾ। ਇਸ ਤੋਂ ਇਲਾਵਾ ਇੱਕ ਆਪਾਂ ਬ੍ਰਿਟਿਸ਼ ਗ੍ਰੈਂਡ ਪ੍ਰਿਕਸ ਕੀਤਾ ਸੀਗਾ, ਠੀਕ ਹੈ। ਤੁਹਾਨੂੰ ਮੈਂ ਸਾਰੀਆਂ ਹੀ ਰਿਵਾਈਜ਼ ਕਰਾ ਦਿੰਦੀ ਹਾਂ ਇਸ ਸੀਜ਼ਨ ਦੀਆਂ, ਧਿਆਨ ਨਾਲ ਨੋਟ ਕਰ ਲਿਓ। ਹਾਂਜੀ, ਸਭ ਤੋਂ ਪਹਿਲਾਂ ਤੁਸੀਂ ਕੀ ਨੋਟ ਰੱਖਣਾ ਹੈ, ਆਸਟਰੀਅਨ ਗ੍ਰੈਂਡ ਪ੍ਰਿਕਸ, ਆਸਟਰੀਅਨ ਗ੍ਰੈਂਡ ਪ੍ਰਿਕਸ, ਗ੍ਰੈਂਡ ਪ੍ਰਿਕਸ ਦੇਖੋ ਸਾਰਿਆਂ ਦੇ ਪਿੱਛੇ ਲੱਗੂਗਾ ਹੀ ਲੱਗੂਗਾ। ਆਸਟਰੀਅਨ ਗ੍ਰੈਂਡ ਪ੍ਰਿਕਸ ਕਿਹਨੇ ਜਿੱਤਿਆ, ਇਹ ਵੋਲਟਾਰੀ ਬੋਟਾਸ ਨੇ, ਲਿਖ ਲਿਓ ਧਿਆਨ ਨਾਲ, ਠੀਕ ਹੈ। ਸਟੇਰੀਅਨ ਗ੍ਰੈਂਡ ਪ੍ਰਿਕਸ, ਇਸ ਤੋਂ ਇਹ ਤਾਂ ਦੇਖੋ 1 ਆ ਗਿਆ, ਉਸ ਤੋਂ ਬਾਅਦ ਤੁਹਾਨੂੰ 3 ਲਿਖਾਨੀਆਂ ਹੁਣ ਜਿਹੜੇ ਕਿ ਲੈਵਿਸ ਹੈਮਿਲਟਨ ਨੇ ਜਿੱਤੇ ਨੇ। ਸਟੇਰੀਅਨ ਗ੍ਰੈਂਡ ਪ੍ਰਿਕਸ ਹੋ ਗਿਆ, ਹੰਗਰੀ ਗ੍ਰੈਂਡ ਪ੍ਰਿਕਸ ਹੋ ਗਿਆ, ਹੰਗਰੀ ਗ੍ਰੈਂਡ ਪ੍ਰਿਕਸ ਹੋ ਗਿਆ, ਅਤੇ ਬ੍ਰਿਟਿਸ਼ ਗ੍ਰੈਂਡ ਪ੍ਰਿਕਸ ਹੋ ਗਿਆ। ਇਹ ਤਿੰਨੋਂ ਦੇ ਤਿੰਨੋਂ ਨੇ ਜਿਹੜੇ, ਇਹ ਕਿਹਨੇ ਜਿੱਤੇ ਨੇ ਜੀ, ਲੈਵਿਸ ਹੈਮਿਲਟਨ। ਅੱਛਾ, ਲੈਵਿਸ ਹੈਮਿਲਟਨ ਤੋਂ ਦੇਖੋ ਕੀ ਵੀ ਯਾਦ ਰੱਖਣਾ ਤੁਸੀਂ ਕਿ ਇਹ ਮਰਸੀਡੀਜ਼ ਚਲਾਉਂਦੇ ਨੇ, ਠੀਕ ਹੈ ਜੀ। ਇੰਨੀ ਕੀ ਇਨਫੋਰਮੇਸ਼ਨ ਹੈ ਜਿਹੜੀ ਤੁਹਾਨੂੰ ਇਹਦੇ ਤੋਂ ਪਤਾ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਨੈਕਸਟ ਨਿਊਜ਼ ਦੇ ਉੱਤੇ ਆਪਾਂ ਮੂਵ ਔਨ ਕਰਦੇ ਹਾਂ। ਫਸਾਈ ਤੋਂ ਨਿਊਜ਼ ਹੈ ਅਗਲੀ। ਫਸਾਈ ਕੀ ਫੂਡ ਸੇਫਟੀ ਵਿਜ਼ਨ ਅਵਾਰਡ ਫॉर ਈਟ ਰਾਈਟ ਇੰਡੀਆ ਕੈਂਪੇਨ। ਫਸਾਈ ਨੇ ਦੇਖੋ ਇੱਕ ਅਵਾਰਡ ਜਿੱਤਿਆ ਹੈ, ਉਹ ਅਵਾਰਡ ਕਿਹੜਾ ਹੈ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ, ਫੂਡ ਸਿਸਟਮ ਵਿਜ਼ਨ ਅਵਾਰਡ, ਠੀਕ ਹੈ। ਫੂਡ ਸਿਸਟਮ ਵਿਜ਼ਨ ਅਵਾਰਡ ਇਹ ਕਾਹਦੇ ਲਈ ਹੈ, ਈਟ ਰਾਈਟ ਇੰਡੀਆ ਕੈਂਪੇਨ ਇਹਨਾਂ ਨੇ ਇੱਕ ਚਲਾਇਆ ਸੀਗਾ, ਠੀਕ ਹੈ। ਕਿ ਜਿਹੜਾ ਆਪਾਂ ਨੂੰ ਪਤਾ ਨਾ ਫਸਾਈ ਦਾ ਮਾਰਕਾ ਲੱਗਦਾ ਹੈਗਾ ਵੀ ਚੀਜ਼ ਹੈ ਜਿਹੜੀ ਉਹ ਖਾਣ ਲਾਇਕ ਹੈਗੀ ਹੈ ਕਿ ਨਹੀਂ ਹੈਗੀ। ਈਟ ਰਾਈਟ ਇੰਡੀਆ ਨੇ ਇੱਕ ਕੈਂਪੇਨ ਚਲਾਇਆ ਸੀਗਾ, ਉਹਦੇ ਲਈ ਹੀ ਜਿਹੜਾ ਫਸਾਈ ਨੂੰ ਹੈ ਇਹ ਅਵਾਰਡ ਮਿਲਿਆ। ਅੱਛਾ, ਹੁਣ ਆਇਆ ਫਸਾਈ ਤਾਂ ਆਪਾਂ ਨੂੰ ਇਹਦੇ ਤੋਂ ਬੇਸਿਕ ਇਨਫੋਰਮੇਸ਼ਨ ਪਤਾ ਹੋਣੀ ਚਾਹੀਦੀ ਹੈ ਕਿ ਕਦੋਂ ਇਹ ਹੋਂਦ 'ਚ ਆਇਆ, ਕੀ ਇਹਦੀ ਫੁੱਲ ਫਾਰਮ ਹੈ, ਅਤੇ ਚੇਅਰਪਰਸਨ ਇਹਦੇ ਕੌਣ ਨੇ। ਫੁੱਲ ਫਾਰਮ ਨੋਟ ਕਰੋ ਜੀ ਧਿਆਨ ਨਾਲ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ, ਅਥਾਰਟੀ ਆਫ ਇੰਡੀਆ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ, ਇਹ ਹੈਗੀ ਹੈ ਫਸਾਈ ਦੀ ਫੁੱਲ ਫਾਰਮ। ਯਾਦ ਰੱਖਣੀ ਹੈ, ਅਗਸਤ 2011 ਦੇ ਵਿੱਚ ਫਾਊਂਡ ਹੋਇਆ ਸੀਗਾ, ਠੀਕ ਹੈ। ਅਤੇ ਨਿਊ ਦਿੱਲੀ ਦੇ ਵਿੱਚ ਇਹਦਾ ਕੀ ਹੈਗਾ, ਹੈੱਡ ਕੁਆਟਰ ਹੈ। ਅੱਛਾ, ਇਸ ਤੋਂ ਇਲਾਵਾ ਜੇ ਆਪਾਂ ਚੇਅਰਪਰਸਨ ਦੀ ਗੱਲ ਕਰੀਏ ਤਾਂ ਉਹਦਾ ਨਾਮ ਕੀ ਹੈ, ਰੀਟਾ ਟੇਵਟੀਆ, ਰੀਟਾ ਟੇਵਟੀਆ ਨਾਮ ਯਾਦ ਰੱਖਣਾ ਹੈ ਇਹਦਾ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਨਿਊਜ਼ ਉੱਤੇ ਆਪਾਂ ਮੂਵ ਔਨ ਕਰਦੇ ਹਾਂ। ਹਾਂਜੀ, ਅਗਲੀ ਨਿਊਜ਼ ਹੈਗੀ ਹੈ ਅਪੁਆਇੰਟਮੈਂਟ ਤੋਂ। ਸੋਮਾ ਮੰਡਲ ਕੀ ਨੇ, ਚੇਅਰਪਰਸਨ ਨਿਯੁਕਤ ਹੋਏ ਨੇ ਕਿਹਦੇ, ਸੇਲ ਦੇ। ਅੱਛਾ, ਸੇਲ ਇਹ ਐਵੇਂ ਸੇਲ ਨਹੀਂ ਹੈ, ਇਹਦੀ ਫੁੱਲ ਫਾਰਮ ਵੀ ਹੈਗੀ ਆ, ਠੀਕ ਹੈ। ਫੁੱਲ ਫਾਰਮ ਕੀ ਹੈ ਇਹਦੀ, ਸੇਲ ਦੀ।
ਇਹ ਯਾਦ ਰੱਖਣੀ ਹੈ ਤੁਸੀਂ। ਸਟੀਲ ਅਥਾਰਟੀ ਆਫ ਇੰਡੀਆ, ਸਟੀਲ ਅਥਾਰਟੀ ਆਫ ਇੰਡੀਆ ਇਹਦੀ ਫੁੱਲ ਫਾਰਮ ਹੈ, ਯਾਦ ਰੱਖਣਾ ਹੈ। ਠੀਕ ਹੈ, ਜਿਹੜੇ ਸੋਮਾ ਮੰਡਲ ਨੇ ਇਸ ਨਿਯੁਕਤੀ ਦੇ ਨਾਲ ਹੀ ਇਹ ਪਹਿਲੇ ਵਿਮਨ ਬਣ ਗਏ ਜਿਹੜੇ ਕਿਸੇ ਵੱਡੀ ਸਟੀਲ ਕੰਪਨੀ ਦੇ ਜਿਹੜੇ ਚੇਅਰਪਰਸਨ ਬਣੇ ਨੇ। ਠੀਕ ਹੈ, ਪਹਿਲੇ ਬਣ ਗਏ ਵਿਮਨ, ਇਹ ਯਾਦ ਰੱਖਿਓ, ਇਹ ਸਟੈਟਿਕ ਦਾ ਬਹੁਤ ਇੰਪੋਰਟੈਂਟ ਪੁਆਇੰਟ ਬਣੂਗਾ ਇਹ। ਠੀਕ ਹੈ, ਤੇ ਇਸ ਤੋਂ ਇਲਾਵਾ ਇਹ ਕਿਹਦੀ ਜਗ੍ਹਾ ਦੇ ਉੱਤੇ ਆਏ ਨੇ, ਦੇਖੋ ਹੁਣ ਤਾਂ ਤੁਹਾਨੂੰ ਨਾਮ ਪਤਾ ਹੋਣਾ ਚਾਹੀਦਾ, ਅਨਿਲ ਕੁਮਾਰ ਚੌਧਰੀ, ਅਨਿਲ ਕੁਮਾਰ ਚੌਧਰੀ ਦੀ ਜਗ੍ਹਾ ਦੇ ਉੱਤੇ ਇਹ ਆਏ ਨੇ। ਓਕੇ, ਸੇਲ ਦੀ ਜੇ ਮੈਂ ਗੱਲ ਕਰਾਂ, ਇਹ ਕਦੋਂ ਫਾਊਂਡ ਹੋਇਆ, ਕਦੋਂ ਦੀ ਫਾਰਮੇਸ਼ਨ ਹੋਈ, 1954 ਦੇ ਵਿੱਚ, ਤੇ ਇਹਦਾ ਹੈੱਡਕੁਆਟਰ ਕਿੱਥੇ, ਨਿਊ ਦਿੱਲੀ ਦੇ ਵਿੱਚ। ਦੇਖੋ ਹੁਣ ਨਿਊ ਦਿੱਲੀ ਦੇ ਵਿੱਚ ਆਪਾਂ ਕਿਹਦੇ ਹੈੱਡਕੁਆਟਰ ਕੀਤੇ, ਸੇਲ ਦਾ ਹੈੱਡਕੁਆਟਰ ਨਿਊ ਦਿੱਲੀ ਦੇ ਵਿੱਚ ਕੀਤਾ ਅੱਜ ਆਪਾਂ, ਤੇ ਫਸਾਈ ਦਾ। ਠੀਕ ਹੈ, ਦੋਨਾਂ ਨੂੰ ਇਕੱਠੇ ਯਾਦ ਕਰਨਾ ਹੈ। ਠੀਕ ਹੈ, ਹਾਂਜੀ, ਅਗਲੀ ਨਿਊਜ਼ ਕਰਦੇ ਹਾਂ ਆਪਾਂ ਰੈਜ਼ੀਗਨੇਸ਼ਨ ਤੋਂ। ਰੈਜ਼ੀਗਨੇਸ਼ਨ ਤੋਂ ਲੈਬਨਾਨ ਦੇ ਪ੍ਰਾਈਮ ਮਿਨਿਸਟਰ ਨੇ ਕਿਹੜੇ, ਹਸਨ ਦਾਇਬ, ਉਹਨਾਂ ਨੇ ਰਿਜ਼ਾਈਨ ਦਿੱਤਾ ਆਪਣਾ। ਹੁਣ ਦੇਖੋ ਲੈਬਨਾਨ ਦੇ ਵਿੱਚ ਇੱਕ ਬਹੁਤ ਬੁਰੀ ਘਟਨਾ ਹੋਈ ਹੈ, ਤੁਸੀਂ ਸਭ ਨੇ ਨਿਊਜ਼ ਚੈਨਲਸ ਦੇ ਉੱਤੇ ਵੀ ਉਹਨੂੰ ਦੇਖਿਆ ਹੀ ਹੋਊਗਾ। ਲੈਬਨਾਨ ਦੀ ਕੈਪੀਟਲ ਹੈ ਬੇਰੁਟ, ਉੱਥੋਂ ਦੀ ਇੱਕ ਬੰਦਰਗਾਹ ਹੈ, ਬੰਦਰਗਾਹ ਨੂੰ ਪੋਰਟ ਵੀ ਕਹਿ ਦਿੰਦੇ ਆ, ਪੋਰਟ ਹੈ ਉੱਥੋਂ ਦੀ, ਉੱਥੇ ਅਮੋਨੀਅਮ ਨਾਈਟ੍ਰੇਟ ਦਾ ਇੱਕ ਸਟੋਰੇਜ ਸੀਗਾ। ਕਿਹਦਾ ਸਟੋਰੇਜ ਸੀਗਾ, ਅਮੋਨੀਅਮ ਨਾਈਟ੍ਰੇਟ ਦਾ। ਠੀਕ ਹੈ, ਸਟੋਰੇਜ ਸੀਗਾ, ਤੇ ਉਸ ਸਟੋਰੇਜ ਦੇ ਵਿੱਚ ਹੀ ਬਲਾਸਟ ਹੋ ਗਿਆ, ਬਹੁਤ ਵੱਡਾ ਬਲਾਸਟ ਹੋਇਆ ਉਹਦੇ ਨਾਲ। ਠੀਕ ਹੈ, ਨੇੜੇ ਤੇੜੇ ਤੱਕ ਸਭ ਕੁਝ ਹੀ ਤਬਾਹ ਹੋ ਗਿਆ ਉਹਦੇ, ਤੇ 160 ਲੋਕਾਂ ਦੀ ਜਿਹੜੀ ਡੈਥ ਹੋ ਗਈ ਔਨ ਦੀ ਸਪੌਟ। ਠੀਕ ਹੈ, ਡੈਥ ਹੋ ਗਈ, 6000 ਪਲੱਸ ਜਿਹੜੇ ਪਰਸਨ ਨੇ ਉੱਥੇ ਇੰਜਰਡ ਨੇ। ਠੀਕ ਹੈ, ਮਤਲਬ ਜ਼ਖਮੀ ਨੇ। ਬਹੁਤ ਬੁਰੀ ਇਹ ਘਟਨਾ ਹੋਈ ਹੈ ਲੈਬਨਾਨ ਦੇ ਵਿੱਚ, ਬੇਰੁਟ ਦੇ ਵਿੱਚ, ਉੱਥੋਂ ਦੀ ਪੋਰਟ ਦੇ ਉੱਤੇ ਇਹ ਬਲਾਸਟ ਹੋਇਆ। ਇਹਨੂੰ ਤੁਸੀਂ ਯਾਦ ਰੱਖਣਾ। ਇਹਦੇ ਕਰਕੇ ਦੇਖੋ, ਇਹ ਬਲਾਸਟ ਕਰਕੇ ਜਿਹੜੇ ਉੱਥੋਂ ਦੇ ਲੋਕ ਸੀਗੇ ਬਹੁਤ ਜ਼ਿਆਦਾ ਵਿਦਰੋਹ ਕਰ ਰਹੇ ਸੀਗੇ ਇਹਨਾਂ ਦਾ, ਕਿ ਇਹਨਾਂ ਦੀ ਵਜ੍ਹਾ ਨਾਲ ਹੋਇਆ, ਜਾਂ ਇਹਨਾਂ ਨੇ ਸਹੀ ਇੰਤਜ਼ਾਮਾਤ ਨਹੀਂ ਕੀਤੇ, ਜਿਹਦੇ ਕਰਕੇ ਹੋਇਆ, ਜਿਹਦੇ ਕਰਕੇ ਕਿ ਇਹਨਾਂ ਨੇ ਆਪਣਾ ਰੈਜ਼ੀਗਨੇਸ਼ਨ ਹੈ ਜਿਹੜਾ ਉਹ ਦੇ ਦਿੱਤਾ। ਠੀਕ ਹੈ ਜੀ, ਇੰਨੀ ਕਿ ਇਨਫੋਰਮੇਸ਼ਨ ਤੋਂ ਲੈਬਨਾਨ ਤੋਂ ਯਾਦ ਰੱਖਣੀ। ਇਹ ਨਿਊਜ਼ ਬਹੁਤ ਇੰਪੋਰਟੈਂਟ ਹੈ, ਬਿਕਾਜ਼ ਰੀਸੈਂਟ ਦੇ ਵਿੱਚ ਇਹ ਨਿਊਜ਼ ਦੇ ਵਿੱਚ ਕਾਫੀ ਰਿਹਾ ਹੈ। ਹਾਂਜੀ, ਅਗਲੀ ਨਿਊਜ਼ ਦੀ ਗੱਲ ਕਰਦੇ ਹਾਂ ਆਪਾਂ। ਇੰਪੋਰਟੈਂਟ ਡੇਜ਼ ਆ ਗਏ ਅਗੇਨ। 12 ਅਗਸਤ ਨੂੰ ਵੈਰੀ 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 ਇੰਪੋਰਟੈਂਟ ਡੇ ਆ ਇਹ, 12 ਅਗਸਤ ਵਾਲਾ ਜਿਹੜਾ ਆਪਾਂ ਕਰਨ ਜਾ ਰਹੇ ਹਾਂ ਹੁਣ। ਇੰਟਰਨੈਸ਼ਨਲ ਯੂਥ ਡੇ ਮਨਾਇਆ ਜਾਂਦਾ 12 ਅਗਸਤ ਨੂੰ। ਠੀਕ ਹੈ, ਇੰਟਰਨੈਸ਼ਨਲ ਯੂਥ ਡੇ ਇਹ ਕਾਹਦੇ ਲਈ ਮਨਾਇਆ ਜਾਂਦਾ, ਜਿਹੜੀ ਆਪਣੀ ਯੂਥ ਹੈ ਉਹਦੀ ਇਕਜੁੱਟਤਾ, ਪੋਜ਼ੀਟਿਵਿਟੀ ਨੂੰ ਇਨਕਰੇਜ ਕਰਨ ਦੇ ਲਈ ਜਿਹੜਾ ਇਹ ਡੇ ਹੈ ਮਨਾਇਆ ਜਾਂਦਾ। ਇੰਟਰਨੈਸ਼ਨਲ ਲੈਵਲ 'ਤੇ ਮਨਾਇਆ ਜਾਂਦਾ, ਯਾਦ ਰੱਖਣਾ। ਇਹਦੀ ਥੀਮ ਵੀ ਹੈਗੀ ਹੈ, ਥੀਮ ਕੀ ਹੈ ਧਿਆਨ ਨਾਲ ਤੁਸੀਂ ਨੋਟ ਕਰ ਲੈਣੀ ਹੈ। ਥੀਮ ਹੈਗੀ ਹੈ ਜਿਹਦੀ ਯੂਥ engagement ਫॉर ਗਲੋਬਲ ਐਕਸ਼ਨ, ਇਹ ਹੈਗੀ ਇਹਦੀ ਥੀਮ, ਯਾਦ ਰੱਖਣਾ। ਠੀਕ ਹੈ, ਇਹ ਜਿਹੜਾ ਇੰਟਰਨੈਸ਼ਨਲ ਯੂਥ ਡੇ ਹੈ ਇਹ ਸਟਾਰਟ ਕਦੋਂ ਹੋਇਆ ਮਨਾਇਆ ਜਾਣਾ, 2000 ਦੇ ਵਿੱਚ UN ਅਸੈਂਬਲੀ ਦੁਆਰਾ ਇਹ ਫਸਟ ਟਾਈਮ ਮਨਾਇਆ ਗਿਆ ਸੀ। ਉਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ 'ਤੇ ਇਹਨੂੰ ਮਨਾਇਆ ਜਾਣ ਲੱਗ ਗਿਆ। ਓਕੇ, ਇਹ ਤਾਂ ਹੋ ਗਈ ਗੱਲ ਇਹਦੀ, ਹੈ ਨਾ। ਬਟ ਆਪਾਂ ਗੱਲ ਕਰੀਏ ਜੇ ਨੈਸ਼ਨਲ ਯੂਥ ਡੇ ਦੀ ਵੀ, ਇਹ ਤਾਂ ਇੰਟਰਨੈਸ਼ਨਲ ਹੈ। ਹੁਣ ਜੇ ਮੈਂ ਸਿਰਫ ਨੈਸ਼ਨਲ ਯੂਥ ਡੇ ਦੀ ਗੱਲ ਕਰਾਂ ਤਾਂ ਉਹ 12 ਜਨਵਰੀ ਨੂੰ ਮਨਾਇਆ ਜਾਂਦਾ, ਨੈਸ਼ਨਲ ਯੂਥ ਡੇ। ਹੁਣ ਦੇਖੋ ਯਾਦ ਰੱਖਣਾ ਬਹੁਤ ਈਜ਼ੀ ਹੈ, ਦੋਨੋਂ ਦੀ ਡੇਟ 12 ਹੀ ਹੈ। ਠੀਕ ਹੈ, ਹੁਣ ਜਨਵਰੀ ਤੋਂ ਹੀ ਮੰਥ ਆਪਣਾ ਸਟਾਰਟ ਹੁੰਦਾ ਹੈ ਨਾ, ਤਾਂ ਜਨਵਰੀ ਦੇ ਵਿੱਚ ਤਾਂ ਆਪਾਂ ਨੈਸ਼ਨਲ ਆਪਣੇ ਇੰਡੀਆ ਦਾ ਹੀ ਮਨਾਵਾਂਗੇ, ਉਸ ਤੋਂ ਬਾਅਦ ਹੀ ਆਪਾਂ ਇੰਟਰਨੈਸ਼ਨਲ 'ਤੇ ਮੂਵ ਔਨ ਕਰਾਂਗੇ ਨਾ। ਤਾਂ ਇਕੱਲਾ 12 ਅਗਸਤ ਯਾਦ ਰੱਖ ਲਿਓ, 12 ਜਨਵਰੀ ਤੁਹਾਨੂੰ ਵੈਸੇ ਹੀ ਯਾਦ ਹੋਣਾ ਚਾਹੀਦਾ ਕਿ ਇਹ ਨੈਸ਼ਨਲ ਯੂਥ ਡੇ ਜਿਹੜਾ ਮਨਾਇਆ ਜਾਂਦਾ। ਠੀਕ ਹੈ, ਅਤੇ ਜਿਹੜਾ ਆਪਣਾ ਨੈਸ਼ਨਲ ਯੂਥ ਡੇ ਹੈ ਇਹ ਇਸ ਦਿਨ ਦੇ ਉੱਤੇ ਸਵਾਮੀ ਵਿਵੇਕਾਨੰਦ ਜੀ ਦਾ ਕੀ ਹੁੰਦਾ, ਬਰਥਡੇ ਹੁੰਦਾ ਹੈ ਨਾ, ਉਹਦੇ ਕਰਕੇ ਇਹ ਮਨਾਇਆ ਜਾਂਦਾ। ਓਕੇ ਆ, ਇੰਨੀ ਕੁ ਗੱਲ ਇਹਦੇ ਤੋਂ ਯਾਦ ਰੱਖਣੀ ਹੈ। ਦੇਖੋ ਹੁਣ ਆਏ ਆ ਡੇਜ਼, ਅਤੇ ਡੇਜ਼ ਤੋਂ ਆਪਾਂ ਅਗੇਨ ਸਟਾਰਟਿੰਗ ਤੋਂ ਉੱਤੋਂ ਜਿੰਨੇ ਵੀ ਡੇਜ਼ ਆਪਾਂ ਹੁਣ ਤੱਕ ਕੀਤੇ ਨੇ ਸਾਰੇ ਯਾਦ ਕਰਾਂਗੇ। ਇਹਦਾ ਦੇਖੋ ਫਾਇਦਾ ਕੀ ਰਹਿੰਦਾ ਹੈਗਾ, ਹੈ ਨਾ। ਜਿਹੜੇ ਜਾਣੇ ਪਹਿਲੇ ਵੀਡੀਓ ਤੋਂ ਵਿਜ਼ਿਟ ਕਰ ਰਹੇ ਹੋ ਤੁਸੀਂ, ਹੈ ਨਾ, ਅਤੇ ਉਹਨਾਂ ਨੂੰ ਤਾਂ ਯਾਦ ਹੋ ਗਏ ਹੋਣਗੇ, ਪਰ ਰਿਵੀਜ਼ਨ ਨਾਲ ਕੀ ਹੋਊਗਾ, ਜਦੋਂ ਮੰਥ ਦੇ ਲਾਸਟ ਤੱਕ ਤੁਹਾਨੂੰ ਮੈਂ ਇੰਨੇ ਵਾਰ ਰਿਵਾਈਜ਼ ਕਰਾ ਦੂੰਗੀ, ਤੁਹਾਡੇ ਡੇਜ਼ ਟਿਪਸ ਦੇ ਉੱਤੇ ਹੋ ਜਾਣਗੇ। ਕਿਉਂਕਿ ਜਿਹੜਾ ਮੇਨ ਪ੍ਰੋਬਲਮ ਆਉਂਦੀ ਹੈ ਨਾ ਡੇਜ਼ ਯਾਦ ਰੱਖਣ 'ਚ ਆਉਂਦੀ ਹੈ। ਹੁਣ ਮੰਨ ਲਓ ਕੋਈ 5 ਜੂਨ ਨੂੰ ਵੀ ਡੇ ਹੈ, ਆਪਾਂ ਫਿਰ 5 ਜੁਲਾਈ ਨੂੰ ਕਰ ਲਿਆ, ਫਿਰ 5 ਅਗਸਤ ਨੂੰ ਕਰ ਲਿਆ, ਉਹ 5 ਤੋਂ ਤਾਂ ਤੁਸੀਂ ਕੋਈ ਲਿੰਕ ਕ੍ਰੀਏਟ ਕਰ ਲਿਆ ਹੋਊਗਾ, ਇੱਕ ਡੇ ਇੱਕ ਵਾਰੀ ਤਾਂ ਯਾਦ ਕਰ ਲਓਗੇ, ਅੱਗੇ ਜਾਂਦੇ ਜਾਂਦੇ ਸਾਰਾ ਕੁਛ ਕੀ ਹੋ ਜਾਊਗਾ, ਹਾਊਚ ਪਾਊਚ ਹੋ ਜਾਊਗਾ। ਤਾਂ ਆਪਾਂ ਰੈਪੀਟੀਸ਼ਨ ਹੀ ਇੰਨੀ ਜ਼ਿਆਦਾ ਕਰ ਲੈਣੀ ਹੈ ਕਰੰਟ ਅਫੇਅਰਸ ਦੀ ਕਿ ਆਪਾਂ ਨੂੰ ਕੋਈ ਡਾਊਟ ਰਹੇ ਹੀ ਨਾ। ਠੀਕ ਹੈ ਜੀ, 1 ਅਗਸਤ ਤੋਂ ਹੀ ਸ਼ੁਰੂ ਕਰਾਂਗੇ। 1 ਅਗਸਤ ਨੂੰ ਕਿਹੜਾ ਡੇ ਮਨਾਇਆ ਜਾਂਦਾ ਹੈ, ਮੁਸਲਿਮ ਵਿਮਨ ਰਾਈਟ ਡੇ। ਬਰੀਫ 'ਚ ਦੱਸੂਗੀ, ਹੁਣ ਜਮਾ ਵੀ ਆਪਾਂ ਬਾਹਲਾ ਟਾਈਮ ਇਹਦੇ 'ਤੇ ਨਹੀਂ ਵੇਸਟ ਕਰਾਂਗੇ। ਹਾਂਜੀ, 3 ਅਗਸਤ ਦੀ ਜੇ ਮੈਂ ਗੱਲ ਕਰਾਂ, ਵਰਲਡ ਸੰਸਕ੍ਰਿਤ ਡੇ। 2 ਵੀਕ ਕੀਤੇ ਸੀ ਆਪਾਂ, 1 ਤੋਂ ਲੈ ਕੇ 7 ਅਗਸਤ ਤੱਕ। ਕਿਹੜਾ ਵੀਕ ਮਨਾਇਆ ਜਾਂਦਾ, ਵਰਲਡ ਬ੍ਰੈਸਟ ਫੀਡਿੰਗ ਵੀਕ 2020। ਇਸ ਤੋਂ ਇਲਾਵਾ ਇੱਕ ਹੋਰ ਵੀਕ ਕੀਤਾ ਸੀ ਆਪਾਂ 28 ਜੂਨ ਤੋਂ ਲੈ ਕੇ 12 ਜੁਲਾਈ ਤੱਕ, ਸੰਕਲਪ
ਪੁਰਬ ਮਨਾਇਆ ਗਿਆ। ਕਿਹੜਾ ਪੁਰਬ ਮਨਾਇਆ ਗਿਆ? ਸੰਕਲਪ ਪੁਰਬ। ਹਾਂਜੀ, ਉਸ ਤੋਂ ਬਾਅਦ ਆਪਾਂ ਕੀਤਾ 6 ਅਗਸਤ। 6 ਅਗਸਤ ਨੂੰ ਹੀਰੋਸ਼ੀਮਾ ਡੇ ਮਨਾਇਆ ਗਿਆ। 9 ਅਗਸਤ ਨੂੰ ਨਾਗਾਸਾਕੀ ਡੇ ਮਨਾਇਆ ਗਿਆ। 7 ਅਗਸਤ ਨੂੰ ਨੈਸ਼ਨਲ ਹੈਂਡਲੂਮ ਡੇ ਮਨਾਇਆ ਗਿਆ। ਹਾਂਜੀ, 8 ਅਗਸਤ ਦੀ ਗੱਲ ਕਰਾਂ ਜੇ ਮੈਂ, 8 ਅਗਸਤ ਨੂੰ 70 ਕਿੰਨਵੀਂ ਸੀਗੀ? ਰਿਵਾਈਜ਼ ਕਰੋ। 78th, ਹਾਂਜੀ ਰਾਈਟ, 78th ਐਨੀਵਰਸਰੀ ਸੀ ਕਿਸ ਦੀ? ਕਿਉਕਲੀ ਸੋਚਿਆ ਕਰੋ, ਕੁਇਟ ਇੰਡੀਆ ਮੂਵਮੈਂਟ ਦੀ। ਤੁਹਾਨੂੰ ਪਤਾ ਕਿ 8 ਅਗਸਤ ਤੋਂ ਬਾਅਦ ਮੈਂ ਜਿਹੜਾ ਕਰਵਾਇਆ ਹੋਊਗਾ ਉਹੀ ਤੁਹਾਨੂੰ ਰਿਵਾਈਜ਼ ਕਰਾਉਂਗੀ, ਤਾਂ ਆਪਣੇ ਮਾਈਂਡ 'ਚ ਪਹਿਲਾਂ ਹੀ ਰੱਖਿਆ ਕਰੋ। 9 ਅਗਸਤ ਨੂੰ ਵਰਲਡ ਟਰਾਈਬਲ ਡੇ, ਵਰਲਡ ਟਰਾਈਬਲ ਡੇ ਮਨਾਇਆ ਜਾਂਦਾ 9 ਅਗਸਤ ਨੂੰ। ਇਹ ਵੀ ਕੀ ਹੈ, ਤੁਸੀਂ ਯਾਦ ਰੱਖਣਾ। ਹਾਂਜੀ, ਇਸ ਤੋਂ ਬਾਅਦ ਆਪਾਂ ਕੀਤਾ ਸੀਗਾ 10 ਅਗਸਤ ਨੂੰ। 10 ਅਗਸਤ ਨੂੰ ਵਰਲਡ ਬਾਇਓਫਿਊਲ ਡੇ, ਬਾਇਓਫਿਊਲ ਡੇ ਮਨਾਇਆ ਜਾਂਦਾ 10 ਅਗਸਤ ਨੂੰ। ਉਸ ਤੋਂ ਬਾਅਦ ਆਪਾਂ ਅੱਜ ਕਰ ਰਹੇ ਹਾਂ 12 ਅਗਸਤ ਇੰਟਰਨੈਸ਼ਨਲ ਯੂਥ ਡੇ। ਇਸੇ ਤਰੀਕੇ ਨਾਲ ਘਰੇ ਖੁਦ ਵੀ ਰਿਵਾਈਜ਼ ਕਰਨਾ ਹੈ, ਜਿਹਦੇ ਨਾਲ ਤੁਹਾਡੀ ਰੈਪੀਟੀਸ਼ਨ ਇੰਨੀ ਜ਼ਿਆਦਾ ਹੋ ਜੇ ਕਿ ਡੇਜ਼ ਤਾਂ ਤੁਹਾਡੇ ਟਿਪਸ 'ਤੇ ਹੀ ਹੋ ਜਾਣਗੇ। ਠੀਕ ਹੈ, ਇੰਨੀ ਕੁ ਇਨਫੋਰਮੇਸ਼ਨ ਜਿਹੜੀ ਤੁਸੀਂ ਇਹਦੇ ਤੋਂ ਯਾਦ ਰੱਖਣੀ ਹੈ। ਹਾਂਜੀ, ਲਾਸਟ ਨਿਊਜ਼ ਹੈ ਆਪਣੀ, ਪਿਊਸ਼ ਗੋਇਲ ਐਂਡ ਪ੍ਰਹਲਾਦ ਜੋਸ਼ੀ, ਇਹਨਾਂ ਨੇ ਲਾਂਚ ਕੀ ਕੀਤਾ ਜੀ? ਰੇਲਵੇ ਮਿਊਜ਼ੀਅਮ। ਰੇਲਵੇ ਮਿਊਜ਼ੀਅਮ ਲਾਂਚ ਕੀਤਾ ਕਿੱਥੇ? ਹੁਬਲੀ ਦੇ ਵਿੱਚ। ਹੁਬਲੀ ਕਿੱਥੇ ਹੈ? ਕਰਨਾਟਕਾ। ਕਿੱਥੇ ਹੈ ਇਹ? ਕਰਨਾਟਕਾ। ਰੇਲਵੇ ਮਿਊਜ਼ੀਅਮ ਲਾਂਚ ਕੀਤਾ। ਦੇਖੋ ਡਾਇਰੈਕਟ ਹੀ ਹੈਗੇ ਨੇ, ਯਾਦ ਰੱਖ ਲਿਓ ਤੁਸੀਂ। ਜਿਹੜੇ ਆਪਣੇ ਪਿਊਸ਼ ਗੋਇਲ ਜੀ ਨੇ ਰੇਲਵੇ ਮਿਨਿਸਟਰ ਨੇ ਇਹ, ਅਤੇ ਜਿਹੜੇ ਪ੍ਰਹਲਾਦ ਜੋਸ਼ੀ ਜੀ ਨੇ ਆਪਣੇ ਪਾਰਲੀਮੈਂਟਰੀ ਅਫੇਅਰ ਦੇ ਮਿਨਿਸਟਰ ਨੇ। ਠੀਕ ਹੈ, ਇਹਨਾਂ ਦੋਨਾਂ ਨੇ ਕੀ ਲਾਂਚ ਕੀਤਾ? ਰੇਲਵੇ ਮਿਊਜ਼ੀਅਮ ਕੀਤਾ। ਕਿੱਥੇ ਕੀਤਾ? ਹੁਬਲੀ 'ਚ, ਹੈ ਨਾ। ਹੁਬਲੀ ਕਿੱਥੇ ਹੈ? ਕਰਨਾਟਕਾ 'ਚ। ਇਹ ਹੁਣ ਆਪਾਂ ਨੂੰ ਪਤਾ ਕਿ ਪਰਸਨਲੀ ਜਾ ਪਾਉਣਾ ਕਰੋਨਾ ਕਰਕੇ ਹੁਣ ਪੋਸੀਬਲ ਨਹੀਂ ਹੈ, ਤਾਂ ਕਿ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜਿਹੜਾ ਇਹ ਲਾਂਚ ਕੀਤਾ ਹੈ। ਇਹ ਤੋਂ ਬਾਅਦ ਤੁਸੀਂ ਕੀ ਇਨਫੋਰਮੇਸ਼ਨ ਇਹ ਤੋਂ ਸਟੈਟਿਕ ਯਾਦ ਰੱਖਣੀ ਹੈ। ਕਾਫੀ ਕੁਛ ਰਿਵਾਈਜ਼ ਕਰਾਂਗੇ ਇਸ ਨਿਊਜ਼ ਤੋਂ ਆਪਾਂ। ਸਭ ਤੋਂ ਪਹਿਲਾਂ ਤੁਹਾਨੂੰ ਕੈਪੀਟਲ ਪਤਾ ਹੋਣੀ ਚਾਹੀਦੀ ਹੈ। ਕੈਪੀਟਲ ਕਿਹੜੀ ਹੈ ਜੀ ਇਹਦੀ? ਬੈਂਗਲੁਰੂ। ਠੀਕ ਹੈ, ਉਸ ਤੋਂ ਬਾਅਦ CM ਦਾ ਨਾਮ ਪਤਾ ਹੋਣਾ ਚਾਹੀਦਾ। CM ਦਾ ਨਾਮ ਕੀ ਹੈ? YS ਯੈਡੀਯੂਰੱਪਾ। ਯੈਡੀਯੂਰੱਪਾ, ਇਹ ਯਾਦ ਰੱਖਿਓ। ਗਵਰਨਰ ਦਾ ਨਾਮ ਜੇ ਮੈਂ ਗੱਲ ਕਰਾਂ, ਵਾਜੂਭਾਈ ਬਾਲਾ। ਇੰਨੀ ਕੀ ਇਨਫੋਰਮੇਸ਼ਨ ਹੈ ਜਿਹੜੀ ਤੁਸੀਂ ਇਹ ਤੋਂ ਯਾਦ ਰੱਖਣੀ ਹੈ। ਇਸ ਤੋਂ ਇਲਾਵਾ ਜੇ ਮੈਂ ਨੈਸ਼ਨਲ ਪਾਰਕ ਦੀ ਗੱਲ ਕਰਾਂ ਕਿ ਇੱਥੇ ਕਿਹੜੇ ਕਿਹੜੇ ਨੈਸ਼ਨਲ ਪਾਰਕ ਨੇ? ਅੰਸ਼ੀ ਨੈਸ਼ਨਲ ਪਾਰਕ ਯਾਦ ਰੱਖਣਾ ਹੈ। ਬੰਦੀਪੁਰ ਨੈਸ਼ਨਲ ਪਾਰਕ ਤੁਸੀਂ ਯਾਦ ਰੱਖਣਾ ਹੈ। ਕੁਦੇਰਮੁਖ ਨੈਸ਼ਨਲ ਪਾਰਕ, ਕੁਦੇਰਮੁਖ ਹੋ ਗਿਆ। ਨਗਰ ਹੋਲ ਨੈਸ਼ਨਲ ਪਾਰਕ। ਇਹ ਸਾਰੇ ਦੇ ਸਾਰੇ ਨੈਸ਼ਨਲ ਪਾਰਕ ਤੁਸੀਂ ਜਿਹੜੇ ਰਿਵਾਈਜ਼ ਇਹ ਤੋਂ ਰੱਖਣੇ ਹੀ। ਹਾਂਜੀ, ਇਸ ਤੋਂ ਇਲਾਵਾ ਜੇ ਆਪਾਂ ਸਿਰਫ ਇਕੱਲੇ ਰੇਲਵੇ ਦੀ ਗੱਲ ਕਰੀਏ, ਰੇਲਵੇ ਤੋਂ ਪ੍ਰੀਵੀਅਸ ਡੇਜ਼ ਦੇ ਵਿੱਚ ਕਿਹੜੀਆਂ ਨਿਊਜ਼ ਆਈਆਂ ਨੇ? ਆਪਾਂ ਕੀਤਾ ਸੀ ਇੰਡੀਅਨ ਰੇਲਵੇ ਅਤੇ ਰੇਲਟੈਲ। ਇਹਨਾਂ ਨੇ ਮਿਲ ਕੇ ਕੀ ਇੰਸਟਾਲ ਕਰਨੇ ਆ ਕਿ IP ਬੇਸਡ ਵੀਡੀਓ ਸਰਵੀਲੈਂਸ ਸਿਸਟਮ। ਮਤਲਬ ਕੀ ਹੈ? ਵੀਡੀਓ ਬਣਾਈ ਜਾ ਸਕੇ ਇਹੋ ਜਿਹੀ ਨਿਗਰਾਨੀ ਵਾਲਾ ਸਿਸਟਮ ਲਾਣਾ ਇਹਨਾਂ ਨੇ। ਕਿੰਨੇ ਰੇਲਵੇ ਸਟੇਸ਼ਨ ਦੇ ਉੱਤੇ? 6049। ਠੀਕ ਹੈ, ਇੰਨੇ ਰੇਲਵੇ ਸਟੇਸ਼ਨਸ ਦੇ ਉੱਤੇ। ਇਹ ਆਪਾਂ ਪ੍ਰੀਵੀਅਸ ਡੇਜ਼ ਦੇ ਵਿੱਚ ਕਰ ਚੁੱਕੇ ਹਾਂ। ਉਸ ਤੋਂ ਇਲਾਵਾ ਰੇਲਵੇ ਤੋਂ ਆਪਾਂ ਇੱਕ ਹੋਰ ਨਿਊਜ਼ ਕੀਤੀ ਸੀਗੀ। ਉਹ ਨਿਊਜ਼ ਕਿਹੜੀ ਕੀਤੀ ਸੀਗੀ? ਨਦਰਨ ਰੇਲਵੇ ਹੈ ਜਿਹੜਾ ਆਪਣਾ, ਇੱਥੇ ਕੀ ਰਨ ਕੀਤੀ ਗਈ ਹੈ? ਫਸਟ ਟ੍ਰੇਡ ਮਾਲਾ ਐਕਸਪ੍ਰੈਸ ਟ੍ਰੇਨ, ਮਾਲ ਗੱਡੀ ਕਹਿ ਦਿੰਦੇ ਜਿਹਨੂੰ ਆਪਾਂ, ਮਾਲਾ ਐਕਸਪ੍ਰੈਸ ਟ੍ਰੇਨ ਰਨ ਕੀਤੀ ਗਈ ਹੈ। 46 ਉਹਦੇ ਕੀ ਸੀਗੇ? ਡੱਬੇ ਸੀਗੇ। ਠੀਕ ਹੈ, ਵੀਟ ਮੱਕੀ ਵਗੈਰਾ ਹੋਈ ਜਿਵੇਂ, ਉਹਦੀ ਲੋਡ ਕਰਕੇ ਸਪਲਾਈ ਕਰਨ ਦੇ ਲਈ। ਇਹ ਸਾਰੀ ਚੀਜ਼ ਤੁਸੀਂ ਕੀ ਹੈ ਯਾਦ ਰੱਖਣੀ ਹੈ। ਪ੍ਰੀਵੀਅਸ ਡੇਜ਼ ਦੇ ਵਿੱਚ ਜਿਹੜੀਆਂ ਇਹ ਨਿਊਜ਼ ਆਪਾਂ ਕਰ ਚੁੱਕੇ ਹਾਂ। ਹਾਂਜੀ, ਹੋਰ ਆਪਾਂ ਰੇਲਵੇ ਤੋਂ ਕਿਹੜੀ ਕੀਤੀ ਸੀਗੀ? ਆਪਾਂ ਰੇਲਵੇ ਤੋਂ ਕੀਤਾ ਸੀ ਕਿ MP ਦੇ 3 ਸਟੇਟਸ ਦੇ ਵਿੱਚ ਕੀ ਲਾਇਆ ਜਾਊਗਾ? 3 ਸਿਟੀਜ਼ ਕਿਹੜੀਆਂ ਸੀਗੀਆਂ MP ਦੀਆਂ? ਸਟੇਟਸ ਦੀ ਗੱਲ ਕਰ ਰਹੀ ਹਾਂ ਮੈਂ। ਜਬਲਪੁਰ, ਨਰਸਿੰਘਪੁਰ ਅਤੇ ਭੋਪਾਲ। 3 ਸਿਟੀਜ਼ ਦੇ ਵਿੱਚ ਕੀ ਲਾਇਆ ਜਾਊਗਾ? ਰੇਲਵੇ ਸਟੇਸ਼ਨ 'ਤੇ ਇੰਸਟਾਲ ਕੀਤਾ ਜਾਊਗਾ ਆਟੋਮੈਟਿਕ ਲਾਈਟਿੰਗ ਸਿਸਟਮ। ਆਟੋਮੈਟਿਕ ਕਿ ਆਪਣੇ ਆਪ ਹੀ ਜਿਹੜੀ ਲਾਈਟਿੰਗ ਹੈ ਉਹ ਚੱਲ ਪਿਆ ਕਰੂਗੀ। ਆਟੋਮੈਟਿਕ ਲਾਈਟਿੰਗ ਸਿਸਟਮ ਲਾਇਆ ਜਾਊਗਾ, ਕੀਤਾ ਸੀਗਾ ਇਹ ਆਪਾਂ। ਠੀਕ ਹੈ, ਅਤੇ ਜਿਹੜਾ ਇਹ MP ਦਾ ਆਪਣਾ ਇਹ ਰੇਲਵੇ ਸਟੇਸ਼ਨ ਹੈਗਾ ਜਿਹੜਾ, ਇਹ ਕਿਹਦੇ ਅੰਡਰ ਆਉਂਦਾ? ਵੈਸਟ ਸੈਂਟਰਲ ਰੇਲਵੇ ਜ਼ੋਨ ਦੇ ਹੀ ਅੰਡਰ ਆਉਂਦਾ। ਇਹ ਚੀਜ਼ ਤੁਸੀਂ ਕੀ ਯਾਦ ਰੱਖਣੀ ਹੈ। ਇੱਕ ਰੇਲਵੇ ਤੋਂ ਹੋਰ ਕੀਤੀ ਸੀ ਆਪਾਂ, ਇੰਡੀਅਨ ਰੇਲਵੇ ਤੋਂ, ਕਿ ਇੰਡੀਅਨ ਰੇਲਵੇ ਨੇ OHE ਐਪ ਲਾਂਚ ਕੀਤਾ, ਓਵਰਹੈਡ ਇਕੁਇਪਮੈਂਟ ਐਪ। ਯਾਦ ਆ ਗਿਆ? ਹਾਂਜੀ, ਇਹ ਸਾਰੀਆਂ ਨਿਊਜ਼ ਨੇ ਜਿਹੜੀਆਂ ਆਪਾਂ ਰੇਲਵੇ ਤੋਂ ਕੀਤੀਆਂ ਹੋਈਆਂ ਨੇ, ਹੈ ਨਾ। ਇਸ ਤੋਂ ਇਲਾਵਾ ਜੇ ਸਿਰਫ ਆਪਾਂ ਇਕੱਲੀ ਸਟੈਟਿਕ GK ਦੀ ਗੱਲ ਕਰੀਏ ਰੇਲਵੇ ਤੋਂ, ਕਿ ਕਿਹੜੇ ਸਟੈਟਿਕ ਪਾਰਟ ਇਹਦੇ ਤੋਂ ਕਵਰ ਹੁੰਦਾ, ਉਹ ਵੀ ਆਪਾਂ ਕਰ ਲੈਂਦੇ ਹਾਂ। ਹਾਂਜੀ, ਰੇਲਵੇ ਮਿਨਿਸਟਰ ਕੌਣ ਨੇ? ਆਪਣੇ ਪਿਊਸ਼ ਗੋਇਲ ਜੀ ਨੇ। ਜੇ ਰੇਲਵੇ ਬੋਰਡ ਦੇ ਚੇਅਰਮੈਨ ਪੁੱਛ ਲੈਣ ਤਾਂ ਕੌਣ ਨੇ? ਵਿਨੋਦ ਕੁਮਾਰ ਯਾਦਵ ਨੇ। ਇੰਡੀਅਨ ਰੇਲਵੇ ਦੀ ਸਥਾਪਨਾ ਕਦੋਂ ਹੋਈ? 16 ਅਪ੍ਰੈਲ
1853 ਨੂੰ ਹੋਈ। ਯਾਦ ਹੈ ਕਿਹਦਾ ਸ਼ਾਸਨ ਕਾਲ ਸੀਗਾ ਉਦੋਂ? ਲਾਰਡ ਡਲਹੌਜੀ ਦਾ। ਲਾਰਡ ਡਲਹੌਜੀ ਦਾ ਸ਼ਾਸਨ ਕਾਲ ਸੀਗਾ ਉਦੋਂ। ਠੀਕ ਹੈ, ਇਹ ਸਾਰੀ ਇਨਫੋਰਮੇਸ਼ਨ ਤੁਸੀਂ ਯਾਦ ਰੱਖਣੀ ਹੈ। ਇਸ ਤੋਂ ਇਲਾਵਾ ਆਪਾਂ ਹੋਰ ਇਹ ਤੋਂ ਕੀ ਰਿਵਾਈਜ਼ ਕਰ ਸਕਦੇ? ਜਿਹੜੀ ਫਸਟ ਟ੍ਰੇਨ ਸੀਗੀ, ਫਸਟ ਟ੍ਰੇਨ ਉਹ ਕਿੱਥੋਂ ਤੋਂ ਕਿੱਥੋਂ ਤੱਕ ਚੱਲੀ ਸੀ? ਮੁੰਬਈ ਟੂ ਥਾਣੇ ਤੱਕ ਚੱਲੀ ਸੀ। 34 ਕਿਲੋਮੀਟਰ ਦਾ ਉਹਦਾ ਡਿਸਟੈਂਸ ਸੀਗਾ। ਉਸ ਟ੍ਰੇਨ ਦਾ ਨਾਮ ਕੀ ਸੀਗਾ? ਬਲੈਕ ਬਿਊਟੀ ਉਹਦਾ ਨਾਮ ਸੀਗਾ। ਠੀਕ ਹੈ, ਟੋਟਲ ਰੇਲਵੇ ਜ਼ੋਨ ਮੈਂ ਤੁਹਾਨੂੰ ਅੱਜ ਹੀ ਕਰਵਾਏ ਨੇ 18ਵਾਂ ਸਾਊਥ ਕੋਸਟਲ ਰੇਲਵੇ ਜ਼ੋਨ ਹੈ, ਉਹਦਾ ਹੈੱਡਕੁਆਟਰ ਵਿਸ਼ਾਖਾਪਟਨਮ ਦੇ ਵਿੱਚ ਹੈ। ਇੰਨੀ ਚੀਜ਼ ਯਾਦ ਰੱਖਿਓ, ਹੌਲੀ ਹੌਲੀ ਇਹਨੂੰ ਸਟੈਪ ਬਾਏ ਸਟੈਪ ਕੀ ਆਪਾਂ ਇਨਕਰੀਜ਼ ਕਰਦੇ ਜਾਵਾਂਗੇ। ਹਾਂਜੀ, ਹੋਰ ਆਪਾਂ ਕੀ ਕੀਤਾ ਸੀਗਾ ਰੇਲਵੇ ਤੋਂ? ਰੇਲਵੇ ਦੀ ਜੇ ਗੱਲ ਕਰਾਂ ਮੈਂ ਆਪਣਾ ਕਰਨਾਟਕਾ ਦੀ ਜੇ ਸਿਰਫ ਗੱਲ ਕਰਾਂ ਮੈਂ, ਰੇਲਵੇ ਛੱਡ ਦੇਵਾਂ। ਹਾਂਜੀ, ਕਰਨਾਟਕਾ ਆਪਾਂ ਹੁਬਲੀ ਕੀਤਾ ਨਾ ਕਿ ਕਰਨਾਟਕਾ 'ਚ ਸੀਗਾ। ਇੱਥੇ ਹੀ ਆਪਾਂ ਕੀਤਾ ਸੀਗਾ ਇੱਕ ਨਿਊਜ਼, BS ਯੈਡੀਯੂਰੱਪਾ ਜਿਹੜੇ ਤੁਹਾਨੂੰ ਮੈਂ ਇਹਨਾਂ ਦੇ ਕਰਵਾਏ ਨੇ CM, ਇਹਨਾਂ ਨੇ ਲੇਡ ਫਾਊਂਡੇਸ਼ਨ ਰੱਖੀ ਸੀਗੀ ਬੈਂਗਲੁਰੂ ਦੇ ਵਿੱਚ। ਬੰਗਲੁਰੂ ਦੇ ਵਿੱਚ ਕਾਹਦੀ ਨੀਂਹ ਰੱਖੀ ਸੀ ਇਹਨਾਂ ਨੇ? ਲਾਈਫ ਸਾਇੰਸ ਪਾਰਕ ਦੀ। ਯਾਦ ਆ ਗਿਆ? ਯਾਦ ਆ ਗਿਆ ਜੀ। ਹਾਂਜੀ, ਬੈਂਗਲੁਰੂ ਨੂੰ ਇਲੈਕਟ੍ਰੋਨਿਕ ਸਿਟੀ ਵੀ ਕਹਿੰਦੇ ਆ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਠੀਕ ਹੈ, ਇੱਕ ਬੈਂਗਲੁਰੂ ਤੋਂ ਹੋਰ ਨਿਊਜ਼ ਆਪਾਂ ਲਿੰਕ ਇਹਦੇ ਨਾਲ ਕਰ ਸਕਦੇ ਹਾਂ, UV ਬੈਗੇਜ ਬਾਥ। UV ਬੈਗੇਜ ਬਾਥ ਇਹ ਇਨੈਗੋਰੇਟ ਕਿੱਥੇ ਕੀਤਾ ਗਿਆ ਸੀਗਾ? ਬੈਂਗਲੁਰੂ ਦੇ ਹੀ ਵਿੱਚ ਇਹ ਸਾਰਾ ਕੁਝ ਇਨੈਗੋਰੇਟ ਕੀਤਾ ਗਿਆ ਸੀ। ਦੇਖੋ, ਸਿਰਫ ਬੈਂਗਲੁਰੂ ਨੂੰ ਲਿੰਕ ਕਰਕੇ ਮੈਂ ਬੈਂਗਲੁਰੂ ਚੱਕ ਕੇ ਕਿੰਨੇ ਸਾਰੇ ਪੁਆਇੰਟ ਲਿੰਕ ਕਰਤੇ। ਪਿਊਸ਼ ਗੋਇਲ ਆਪਣੇ ਰੇਲਵੇ ਮਿਨਿਸਟਰ ਨੇ, ਤਾਂ ਮੈਂ ਇਕੱਲਾ ਰੇਲਵੇ ਚੱਕ ਕੇ ਉਹਦੇ ਨਾਲ ਕਿੰਨੇ ਪੁਆਇੰਟ ਲਿੰਕ ਕਰਤੇ ਜੋ ਆਪਾਂ ਪ੍ਰੀਵੀਅਸ ਦੇ ਵਿੱਚ ਕਰ ਚੁੱਕੇ ਹਾਂ। ਠੀਕ ਹੈ, ਇਸੇ ਤਰੀਕੇ ਨਾਲ ਜਦੋਂ ਤੁਸੀਂ ਵੀ ਪੜ੍ਹਨਾ, ਰਿਵੀਜ਼ਨ ਦਿੰਦੇ ਹੋਏ ਪੜ੍ਹਨਾ ਤਾਂ ਕਿ ਤੁਹਾਨੂੰ ਕੋਈ ਵੀ ਕਨਫਿਊਜ਼ਨ ਹੈ ਜਿਹੜੀ ਨਾ ਹੋਵੇ। ਠੀਕ ਹੈ ਜੀ, ਇਹ ਆਪਣੇ ਸੀਗੇ ਪ੍ਰੀਵੀਅਸ ਲੈਕਚਰ ਦੇ ਕੁਐਸਚਨ ਆਨਸਰ ਜਿਹੜੇ ਮੈਂ ਤੁਹਾਡੇ ਤੋਂ ਪੁੱਛੇ ਸੀਗੇ। ਹਾਂਜੀ, ਇਹ ਤੋਂ ਕੁਐਸਚਨ ਪੁੱਛੇ ਸੀ, ਮੈਂ ਇਹਨਾਂ ਦੇ ਆਨਸਰ ਕਰ ਦਿੰਦੀ ਹਾਂ ਕਿ ਸਹੀ ਆਨਸਰਸ ਕਿਹੜੇ ਨੇ ਇਹਨਾਂ ਦੇ। ਫੁੱਲ ਫਾਰਮ ਤੇ MD ਪੁੱਛੇ ਸੀ ਮੈਂ ਤੁਹਾਡੇ ਤੋਂ ICRA ਦੇ, ਹੈ ਨਾ ਜੀ। ਇਹ ਸੌਰੀ MD ਤੇ CEO ਪੁੱਛੇ ਸੀਗੇ ਅਤੇ ਫੁੱਲ ਫਾਰਮ ਪੁੱਛੀ ਸੀ। ਫੁੱਲ ਫਾਰਮ ਹੈਗੀ ਇਹਦੀ ਇਨਵੈਸਟਮੈਂਟ ਇਨਫੋਰਮੇਸ਼ਨ ਕ੍ਰੈਡਿਟ ਰੇਟਿੰਗ ਏਜੰਸੀ ਆਫ ਇੰਡੀਆ। ਠੀਕ ਹੈ ਜੀ, ਅਤੇ ਇਹਦੇ ਆਪਣੇ MD ਤੇ CEO ਹੈਗੇ ਨੇ N ਸਿਵਾਰਮਨ। ਯਾਦ ਰੱਖਣਾ। ਨਾਸਾ ਦਾ ਫਸਟ ਮਾਰਸ ਹੈਲੀਕਾਪਟਰ ਪੁੱਛਿਆ ਸੀ, ਉਹਦਾ ਨਾਮ ਹੈਗਾ ਇੰਜੈਨਿਊਟੀ। ਤੁਹਾਨੂੰ ਕਰਵਾਇਆ ਹੋਇਆ। ਠੀਕ ਹੈ, ਇੰਜੈਨਿਊਟੀ ਜਿਹੜਾ ਨੇਮ ਹੈ ਸੁਜੈਸਟ ਕਿਹਨੇ ਕੀਤਾ ਸੀ? ਵਿਜੇ ਰੂਪਾਨੀ ਨੇ, ਜੋ ਕਿ ਇੰਡੀਅਨ ਓਰੀਜਨ ਦੇ ਨੇ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਪਹਿਲੇ ਬੈਂਕ ਜਿਹਨੇ KYC ਫੈਸਿਲਿਟੀ ਥਰੂ ਵੀਡੀਓ ਕਾਨਫਰੰਸਿੰਗ ਸਟਾਰਟ ਕੀਤੀ? ਕੋਟਕ ਮਹਿੰਦਰਾ ਬੈਂਕ। ਕੋਟਕ ਮਹਿੰਦਰਾ ਬੈਂਕ ਇਹ ਹੈਗਾ ਇਹਦਾ ਆਨਸਰ, ਕਰੈਕਟ ਆਨਸਰ। ਠੀਕ ਹੈ ਜੀ। ਹਾਂਜੀ, ਲਾਸਟ ਦੇ ਉੱਤੇ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਇੱਕ ਕਮੈਂਟ ਕਰਕੇ ਜਾਈਓ। ਉਹ ਕਮੈਂਟ ਕੀ ਹੈ? ਤੁਹਾਡਾ ਕੁਐਸਚਨ ਹੈਗਾ IUCN ਦੀ ਫੁੱਲ ਫਾਰਮ ਕੀ ਹੈ ਅਤੇ ਇਹਦਾ ਹੈੱਡਕੁਆਟਰ ਕਿੱਥੇ ਹੈ? ਠੀਕ ਹੈ, IUCN ਦੀ ਫੁੱਲ ਫਾਰਮ ਕੀ ਹੈ ਅਤੇ ਇਹਦਾ ਹੈੱਡਕੁਆਟਰ ਕਿੱਥੇ ਹੈ? ਇਸ ਤੋਂ ਇਲਾਵਾ ਇੱਕ ਕੁਐਸਚਨ ਹੋਰ, ਉਹ ਕੁਐਸਚਨ ਇਹ ਹੈ ਤੁਹਾਡਾ ਕਿ ਜਿਹੜਾ RBI ਨੇ ਰੈਪੋ ਰੇਟ ਅਤੇ ਰਿਵਰਸ ਰੈਪੋ ਰੇਟ ਕਿੰਨਾ ਦਿੱਤਾ ਸੀਗਾ। ਠੀਕ ਹੈ, ਦੋਨੋਂ ਕੁਐਸਚਨਸ ਦੇ ਆਨਸਰ ਕਮੈਂਟ ਸੈਕਸ਼ਨ ਦੇ ਵਿੱਚ ਕਰਕੇ ਜਾਣੇ। ਇਹ ਤੋਂ ਪਤਾ ਲੱਗ ਜੂਗਾ ਕਿ ਤੁਹਾਨੂੰ ਕਿੰਨੀ ਕੁ ਰਿਵੀਜ਼ਨ ਹੋ ਰਹੀ ਹੈ ਨਾ, ਕਿੰਨੀ ਹੈਲਪਫੁਲ ਹੋ ਰਹੀ ਹੈ ਤੁਹਾਡੀ ਵੀਡੀਓਜ਼। ਹਾਂਜੀ, ਅਨਅਕੈਡਮੀ ਦੇ ਲਾਈਵ ਕਲਾਸਿਸ ਲਾਉਂਦੇ ਆ ਫਨਕਾਰ ਸਰ। ਠੀਕ ਹੈ, ਉਹ ਜ਼ਰੂਰ ਚੈੱਕਆਊਟ ਕਰ ਲਿਓ। ਡਿਸਕ੍ਰਿਪਸ਼ਨ ਬਾਕਸ ਇੱਕ ਵਾਰ ਵਿਜ਼ਿਟ ਕਰ ਲਿਓ। ਇਹ ਫ਼ੋਨ ਨੰਬਰ ਉਹਨਾਂ ਦਾ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਜੇ ਕੋਈ ਡਾਊਟ ਵਗੈਰਾ ਹੋਵੇ ਤਾਂ ਤੁਸੀਂ ਉਹਨਾਂ ਤੋਂ ਕਲੀਅਰ ਕਰ ਸਕਦੇ ਹੋ। ਠੀਕ ਹੈ, ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।